हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਚੌਥੇ ਚੈਪਟਰ ਦਾ ਗੈਂਬਲਿੰਗ ਮੈਚ, ਜਿਸ ਨੂੰ ਕਿ ਮਾਰਜੋਰੀ ਸਾਈਕਸ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਦੂਸਰਾ ਵੀਡੀਓ ਹੋਏਗਾ। ਤਾਂ ਬੱਚਿਓ, ਮੈਂ ਆਲਰੇਡੀ ਇਹ ਚੈਪਟਰ ਸਟਾਰਟ ਕਰਾਇਆ ਹੋਇਆ ਹੈ, ਦਾ ਗੈਂਬਲਿੰਗ ਮੈਚ, ਇਹ ਵਾਲਾ ਚੈਪਟਰ। ਤਾਂ ਇਸ ਦਾ ਬੇਟਾ ਜਿਹੜਾ ਇੰਟਰੋਡਕਟਰੀ ਪੈਰਾ ਮੈਂ ਆਲਰੇਡੀ ਪਹਿਲੇ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕਿਆ ਹਾਂ। ਜਿਸ ਤਰ੍ਹਾਂ ਤੇ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੈਂ ਇਸ ਚੈਪਟਰ ਦਾ ਪੇਜ ਨੰਬਰ 18 ਸਾਰਾ ਤੁਹਾਨੂੰ ਐਕਸਪਲੇਨ ਕਰ ਦਿੱਤਾ ਹੈ, ਜਿਸ ਦੇ ਵਿੱਚ ਪਹਿਲੇ 5 ਪੈਰੇ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਨੇ। ਤਾਂ ਉਮੀਦ ਹੈ ਬੱਚਿਓ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਤਾਂ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਅੱਜ ਵਾਲਾ ਵੀਡੀਓ ਕੰਟੀਨਿਊ ਕਰ ਸਕੋ। ਤਾਂ ਬੇਟਾ ਅਸੀਂ 5th ਪੈਰੇ ਤੱਕ ਆਪਣੇ ਪਹਿਲੇ ਲੈਕਚਰ 'ਚ ਕਰ ਲਏ ਸੀਗੇ। ਅੱਗੇ ਆਪਾਂ ਸਟਾਰਟ ਕਰਦੇ ਹਾਂ। ਤਾਂ 6th ਜਿਹੜਾ ਸਾਡਾ ਪੈਰਾ ਹੈ ਉਹ ਸਟਾਰਟ ਹੋ ਰਿਹਾ ਹੈ। ਤਾਂ ਵਨਸ ਮੋਰ ਦਾ ਡਾਈਸ ਰੈਟਲਡ ਐਂਡ ਸ਼ਕੁਨੀ ਵਨ। ਇੱਕ ਵਾਰੀ ਫੇਰ ਜਦੋਂ ਯੁਧਿਸ਼ਟਰ 8 ਘੋੜਿਆਂ ਵਾਲੀ ਬੱਗੀ, ਗੋਲਡ ਦੀ ਬੱਗੀ, ਸੋਨੇ ਦੀ ਬਣੀ ਹੋਈ ਬੱਗੀ, ਜਿਸ ਨੂੰ ਕਿ 8 ਚਿੱਟੇ ਘੋੜੇ ਲੈ ਕੇ ਜਾਂਦੇ ਆ, ਉਹਨੂੰ ਦਾਅ ਤੇ ਲਾਂਦਾ ਹੈ। ਤਾਂ ਇੱਕ ਵਾਰੀ ਫੇਰ ਜਿਹੜੇ ਪਾਸੇ ਨੇ ਉਹਨਾਂ ਦੀ ਆਵਾਜ਼ ਆਉਂਦੀ। ਤਾਂ ਰੈਟਲ ਦਾ ਮਤਲਬ ਹੁੰਦਾ ਬੇਟਾ ਆਵਾਜ਼ ਆਣਾ। ਜਿਵੇਂ ਆਪਾਂ ਪਾਸੇ ਸਿੱਟਦੇ ਹਾਂ ਤਾਂ ਜਿਹੜੀ ਆਵਾਜ਼ ਆਉਂਦੀ ਹੈ ਉਸ ਨੂੰ ਆਪਾਂ ਰੈਟਲ ਕਹਿੰਦੇ ਹਾਂ। ਸ਼ਕੁਨੀ ਫੇਰ ਜਿੱਤ ਜਾਂਦਾ ਹੈ, ਯਾਨੀ ਕਿ ਬੱਗੀ ਜਿੱਤ ਜਾਂਦਾ ਸ਼ਕੁਨੀ। ਯੁਧਿਸ਼ਟਰ ਟੇਕ ਦਾ 100,000 ਸਿੰਗਿੰਗ ਗਰਲਸ ਆਫ ਹਿਸ ਪੈਲੇਸ ਵਿਦ देयर ਰਿਚ ਰੋਬਸ ਐਂਡ ਜੁਐਲਸ। ਹੁਣ ਦੇਖੋ ਯੁਧਿਸ਼ਟਰ ਕੀ ਕਰ ਰਿਹਾ ਹੈ। ਯੁਧਿਸ਼ਟਰ ਇੱਕ ਵਾਰੀ ਫੇਰ ਦੌ ਤੇ ਲਾਂਦਾ ਹੈ। ਸਟੇਕ ਸ਼ਬਦ ਬਾਰ-ਬਾਰ ਆਉਂਦਾ, ਇਹਦਾ ਮਤਲਬ ਹੁੰਦਾ ਦੌ ਤੇ ਲਾਣਾ। ਦੀ 100,000 ਸੌਰੀ ਜ਼ਿਆਦਾ ਹੋ ਗਈਆਂ ਬੇਟਾ, 100,000 ਮਤਲਬ ਜਿੰਨੀਆਂ ਸੀ ਉਸ ਦੇ ਮਹਿਲ ਦੇ ਵਿੱਚ ਗਾਉਣ ਵਾਲੀਆਂ ਲੜਕੀਆਂ ਸੀ, ਕਾਫੀ ਜ਼ਿਆਦਾ ਸੀ। ਤਾਂ ਉਹਨਾਂ ਪੈਲੇਸ ਦਾ ਮਤਲਬ ਮਹਿਲ, ਉਹਨਾਂ ਨੂੰ ਦੌ ਤੇ ਲਾ ਦਿੰਦਾ ਹੈ। ਤੇ ਨਾਲ ਉਹਨਾਂ ਦੇ ਜਿਹੜੇ ਅਮੀਰ ਰਿਚ ਜਿਹੜੇ ਰੋਬਸ ਦਾ ਮਤਲਬ ਕੱਪੜੇ, ਐਂਡ ਜੁਐਲਸ ਜਿਹੜੇ ਉਹਨੇ ਗਹਿਣੇ ਪਾਏ ਹੁੰਦੇ ਆ। ਰਾਜੇ ਮਹਾਰਾਜੇ ਜਿਹੜੀਆਂ ਆਪਣੀਆਂ ਦਾਸੀਆਂ ਰੱਖਦੇ ਸੀ ਬੇਟਾ, ਉਹ ਤਾਂ ਉਹਨਾਂ ਦੇ ਵੀ ਕੱਪੜੇ ਪੋਸ਼ਾਕਾਂ ਬਹੁਤ ਹੀ ਮਹਿੰਗੀਆਂ ਹੁੰਦੀਆਂ ਸੀ, ਗਹਿਣੇ ਉਹ ਵੀ ਪਾ ਕੇ ਰੱਖਦੀਆਂ ਸੀ, ਆਪਾਂ ਨਾਟਕਾਂ ਦੇ ਵਿੱਚ ਦੇਖਿਆ। ਤਾਂ ਗਹਿਣਿਆਂ ਸਮੇਤ, ਕੱਪੜਿਆਂ ਸਮੇਤ ਜਿੰਨੀਆਂ ਵੀ ਆਪਣੀਆਂ ਗਾਉਣ ਵਾਲੀਆਂ ਜਿਹੜੀਆਂ ਸੀਗੀਆਂ ਮਹਿਲ ਦੇ ਵਿੱਚ, ਯੁਧਿਸ਼ਟਰ ਦਾਅ ਤੇ ਲਾਂਦਾ ਹੈ। ਸ਼ਕੁਨੀ ਫੇਰ ਜਿੱਤ ਜਾਂਦਾ ਹੈ। ਸ਼ਕੁਨੀ ਦਾ ਕਿੰਗ staked his men servants, his war elephants, his battle cars, the splendid horses which filled his stables, his disciplined victorious army। ਜਦੋਂ ਸਿੰਗਿੰਗ ਗਰਲਸ ਨੂੰ ਦਾਅ ਤੇ ਲਾ ਕੇ ਹਾਰ ਜਾਂਦਾ ਹੈ, ਫਿਰ ਕਿੰਗ ਕੀ ਕਰਦਾ ਹੈ, ਆਪਣੇ ਜਿਹੜੇ ਦਾਸ ਹੁੰਦੇ ਆ, ਮੈਨ ਸਰਵੈਂਟਸ, ਪਹਿਲਾਂ ਤਾਂ ਉਹ ਲੜਕੀਆਂ ਨੂੰ ਦਾਅ ਤੇ ਲਾਂਦਾ, ਫਿਰ ਜਿੰਨੇ ਵੀ ਉਹਦੇ ਨੌਕਰ ਹੁੰਦੇ ਆ, ਮੈਨ ਹੁੰਦੇ ਆ, ਜਿਹੜੇ ਆਦਮੀ ਹੁੰਦੇ ਆ, ਤੇ ਐਲੀਫੈਂਟਸ, ਕਿਉਂਕਿ ਫੌਜ ਵੀ ਰਾਜੇ ਮਹਾਰਾਜੇ ਬੇਟਾ ਰੱਖਦੇ ਆ, ਤਾਂ ਐਲੀਫੈਂਟਸ ਹੁੰਦੇ ਆ। ਬੈਟਲ ਕਾਰਸ, ਇੱਥੇ ਕਾਰ ਦਾ ਮਤਲਬ ਫਿਰ ਉਹੀ ਕਾਰ ਨਹੀਂ ਜਿਹੜੀ ਆਪਾਂ ਚਲਾਉਂਦੇ ਆ, ਇੱਥੇ ਬੱਗੀਆਂ ਨੇ। ਬੈਟਲ ਕਾਰਸ ਮਤਲਬ ਜਿਹੜੀਆਂ ਬੈਟਲ ਦੇ ਵਿੱਚ ਯੂਜ਼ ਹੁੰਦੀਆਂ ਨੇ, ਲੜਾਈ ਦੇ ਵਿੱਚ ਜਿਹੜੀਆਂ ਬੱਗੀਆਂ ਯੂਜ਼ ਹੁੰਦੀਆਂ। ਸਪਲੈਂਡਡ, ਸ਼ਾਨਦਾਰ ਹੋਰਸਿਸ ਜਿਹੜੀਆਂ ਹੁੰਦੀਆਂ ਨੇ, ਜਿਹੜੇ ਯੂਜ਼ ਹੁੰਦੇ ਆ ਬੈਟਲ ਦੇ ਵਿੱਚ, ਜਿਸ ਦੇ ਜੋ ਕਿ ਉਸਦੇ ਸਟੇਬਲ 'ਚ ਹੁੰਦੇ ਸੀਗੇ। ਸਟੇਬਲ ਦਾ ਮਤਲਬ ਹੁੰਦਾ ਬੇਟਾ ਅਸਤਬਲ। ਅਸਤਬਲ ਤੁਹਾਨੂੰ ਪਤਾ ਹੀ ਹੈ, ਜਿੱਥੇ ਘੋੜੇ ਰੱਖੇ ਜਾਂਦੇ ਆ। ਤਾਂ ਅਸਤਬਲਾਂ ਦੇ ਵਿੱਚ ਜਿਹੜੇ ਉਹਦੇ ਸ਼ਾਨਦਾਰ ਘੋੜੇ ਖੜੇ ਸੀ, ਉਸਦੀ ਇਵਨ ਕਿ ਜਿਹੜੀ ਵਿਕਟੋਰੀਅਸ ਆਰਮੀ, ਵਿਕਟੋਰੀਅਸ ਮਤਲਬ ਜਿੱਤਣ ਵਾਲੀ ਜਿਹੜੀ ਉਹਦੀ ਫੌਜ ਹੈ, ਵਿਕਟੋਰੀਅਸ ਵਿਕਟਰੀ ਤੋਂ ਬਣਦਾ ਨਾ, ਵਿਕਟਰੀ ਤੋਂ ਵਿਕਟੋਰੀਅਸ ਬਣਦਾ, ਤਾਂ ਜਿੱਤਣ ਵਾਲੀ ਫੌਜ ਐਡਜੈਕਟਿਵ ਹੈ ਇਹ। ਉਹ ਇਹ ਸਾਰਾ ਕੁਝ ਦਾਅ ਤੇ ਲਾਂਦਾ ਹੈ। ਆਲ ਦੀਜ਼ ਹੀ ਲੋਸਟ, ਇਹ ਸਾਰਾ ਕੁਝ ਹਾਰ ਜਾਂਦਾ ਹੈ, ਫੇਰ ਸ਼ਕੁਨੀ ਜਿੱਤ ਜਾਂਦਾ ਹੈ। ਹੁਣ ਤੁਸੀਂ ਦੇਖੋ ਕਿੰਨਾ ਕੁਝ ਯੁਧਿਸ਼ਟਰ ਹਾਰੀ ਜਾ ਰਿਹਾ ਹੈ, ਹਜੇ ਵੀ ਨਹੀਂ ਰੁਕ ਰਿਹਾ ਬੇਟਾ। ਇਹ ਜੂਆ ਹੈ ਹੀ ਇਹੋ ਜਿਹੀ ਚੀਜ਼ ਹੈ, ਜੇ ਕੋਈ ਬੰਦਾ ਜੂਆ ਖੇਡਣ ਲੱਗ ਜਾਂਦਾ ਹੈ, ਉਸ ਦਾ ਦਿਮਾਗ ਬੰਦ ਹੋ ਜਾਂਦਾ ਕੰਮ ਕਰਨਾ। ਉਹਨੂੰ ਐਂ ਲੱਗਦਾ ਮੈਂ ਹੁਣ ਜਿੱਤ ਜੂ, ਮੈਂ ਅਗਲੀ ਬਾਜੀ ਜਿੱਤ ਜੂ, ਤੇ ਉਸੇ ਚੱਕਰ 'ਚ ਉਹ ਕੁਝ ਨਾ ਕੁਝ ਲਾਈ ਜਾਂਦਾ ਤੇ ਆਪਣਾ ਸਾਰਾ ਘਰ-ਬਾਰ ਚੌਪਟ ਹੋ ਜਾਂਦਾ ਹੈ। ਇਹ ਜਿਹੜਾ ਮਹਾਭਾਰਤ ਦਾ ਬੇਟਾ ਐਪੀਸੋਡ ਹੈ ਨਾ, ਇਹ ਬਹੁਤ ਹੀ ਇੱਕ ਸਿਖਲਾਈ ਦੇਣ ਵਾਲਾ, ਇੱਕ ਚਾਨਣ ਮੁਨਾਰਾ ਹੈ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ, ਕਿ ਜੂਆ ਕਿੰਨਾ ਮਾੜਾ ਹੈ। ਅੱਜ ਵੀ ਲੋਕ ਜੂਆ ਖੇਲਦੇ ਨੇ ਤੇ ਆਪਣੇ ਘਰ ਤਬਾਹ ਕਰ ਲੈਂਦੇ ਨੇ। ਅੱਗੇ ਦੇਖੋ, ਹਜੇ ਤਾਂ ਕੁਝ ਵੀ ਨਹੀਂ ਹੋਇਆ। Last of all, he flung away the last and finest of his jewel, and these two passed into the hands of the smiling, triumphant Duryodhan। ਅਖੀਰ 'ਚ ਉਹਦਾ ਜਿਹੜਾ ਸਭ ਤੋਂ ਵਧੀਆ ਜਿਊਲ ਹੁੰਦਾ, ਜਿਹੜਾ ਜਿਵੇਂ ਤੁਹਾਨੂੰ ਪਤਾ ਸਾਡੇ ਇੰਡੀਆ ਦੇ ਵਿੱਚ ਕੋਹਿਨੂਰ ਹੀਰਾ ਮੰਨਿਆ ਜਾਂਦਾ, ਤਾਂ ਹੋ ਸਕਦਾ ਉਹਦੇ ਕੋਲੇ ਵੀ ਕੋਈ ਇਸ ਤਰ੍ਹਾਂ ਦਾ ਹੀਰਾ ਸੀਗਾ, ਬਹੁਤ ਹੀ ਕੀਮਤੀ, ਤੇ ਜਿਹੜਾ ਦੁਨੀਆ 'ਚ ਇੱਕੋ ਹੀ ਸੀ ਸ਼ਾਇਦ ਜਿਹੜਾ ਉਹਦੇ ਕੋਲੇ ਸੀ। ਫਾਈਨੈਸਟ ਇੱਥੇ ਆਇਆ ਨਾ, ਸਭ ਤੋਂ ਵਧੀਆ।
ਫਲੰਗ ਅਵੇ ਆਇਆ ਬੇਟਾ ਕਿ ਸਿੱਟਣਾ ਕਿਸੇ ਚੀਜ਼ ਨੂੰ, ਕਿ ਉਹ ਆਪਣਾ ਹੀਰਾ ਉਹਦੇ ਸਾਹਮਣੇ ਸਿੱਟਦਾ, ਉਹਨੂੰ ਦਾਅ ਤੇ ਲਾਂਦਾ, ਇੱਥੇ ਮਤਲਬ ਇਹ ਹੈ। ਅਤੇ ਇਹ ਵੀ ਕਿਹਦੇ ਹੱਥਾਂ ਚਲਾ ਜਾਂਦਾ ਹੈ? ਦੁਰਯੋਧਨ ਦੇ ਹੱਥਾਂ ਚਲਾ ਜਾਂਦਾ ਹੈ। ਤੇ ਦੁਰਯੋਧਨ ਕੀ ਕਰ ਰਿਹਾ ਹੁੰਦਾ ਉਸ ਟਾਈਮ? ਸਮਾਈਲ ਕਰ ਰਿਹਾ ਹੁੰਦਾ ਅਤੇ ਟ੍ਰਾਇੰਫੰਟ, ਟ੍ਰਾਇੰਫੰਟ ਦਾ ਮਤਲਬ ਉਹੀ ਜਿੱਤ, ਜਿੱਤ ਰਹੇ ਦੁਰਯੋਧਨ ਦੇ ਹੱਥਾਂ 'ਚ ਉਹ ਵੀ ਜਿਹੜਾ ਹੀਰਾ ਹੈ, ਜਿਹੜਾ ਕਿ ਬਹੁਤ ਹੀ ਮਹਿੰਗਾ ਤੇ ਯੂਨੀਕ ਹੀਰਾ ਹੈ ਦੁਨੀਆ 'ਚ, ਮਤਲਬ ਹੋ ਸਕਦਾ ਹੈ ਕਿ ਸ਼ਾਇਦ ਇੱਕ ਦੋ ਬੰਦਿਆਂ ਕੋਲ ਹੀ ਹੋਵੇ, ਉਹ ਵੀ ਉਹਦੇ ਹੱਥਾਂ 'ਚ ਚਲਾ ਜਾਂਦਾ। ਤਾਂ ਬੜੇ ਜਿੰਨੀਆਂ ਚੀਜ਼ਾਂ ਦੇਖੋ, ਦੁਰਯੋਧਨ ਜਿੱਤੀ ਜਾ ਰਿਹਾ ਹੈ ਤੇ ਯੁਧਿਸ਼ਟਰ ਹਾਰੀ ਜਾ ਰਿਹਾ ਹੈ, ਇਹ ਤੁਸੀਂ ਨਾ ਯਾਦ ਰੱਖਣੀਆਂ, ਕਿਉਂਕਿ ਇਹਦਾ ਇੱਕ ਮੇਨ ਕੁਐਸਚਨ ਬਣਦਾ ਹੈ, ਸ਼ਾਰਟ ਆਂਸਰ ਟਾਈਪ ਕੁਐਸਚਨ ਜੋ ਆਪਾਂ ਕਰਾਂਗੇ ਚਲੋ, ਕਿ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਯੁਧਿਸ਼ਟਰ ਹਾਰਦਾ ਹੈ। ਤਾਂ ਸਭ ਤੋਂ ਮੇਨ ਕੁਐਸਚਨ ਹੀ ਇਸ ਚੈਪਟਰ ਦਾ ਇਹ ਹੈ। ਇੱਕ ਵਾਰੀ ਫੇਰ ਬੇਟਾ ਆਪਾਂ ਇਸ ਦੇ ਜਿਹੜੇ ਹੈਗੇ ਆ ਉਹ ਕਰ ਲਈਏ, ਕੱਲ ਵੀ ਆਪਣੇ ਰਹਿ ਗਏ ਸੀਗੇ ਪਿਛਲੇ, ਤਾਂ ਆਪਾਂ ਉਹ ਵੀ ਦੇਖ ਲੈਂਦੇ ਹਾਂ। ਦੇਖੋ ਰੈਕਲੈਸ ਸ਼ਬਦ ਆਇਆ ਸੀ ਫੋਰਥ ਪੈਰੇ ਦੇ ਵਿੱਚ, ਇਹਦਾ ਮਤਲਬ ਹੁੰਦਾ ਬੇਸਬਰਾ, ਤਾਂ ਰੈਸ਼ ਬੇਸਬਰੇ ਨੂੰ ਕਹਿੰਦੇ ਆ। ਰਾਊਜ਼ ਦਾ ਮਤਲਬ ਕਿਸੇ ਨੂੰ ਜਗਾਉਣਾ, cause somebody to wake, excite ਕਰਨਾ, ਠੀਕ ਹੈ। ਆਬਸਟੀਨੇਟ ਮੈਂ ਤੁਹਾਨੂੰ ਜ਼ਿੱਦੀ ਦੱਸਿਆ ਸੀ, ਜ਼ਿੱਦੀ, ਉਹ ਸਟਬਨ ਕਿਹਾ ਜਾਂਦਾ ਹੈ। ਪੰਜਵੇਂ ਪੈਰੇ ਦੇ ਵਿੱਚ ਫਿਊਰੀਅਸਲੀ ਆਇਆ ਸੀ, ਐਂਗਰਲੀ ਮਤਲਬ ਗੁੱਸੇ ਨਾਲ। ਸਟੇਬਲ ਦੇਖੋ ਛੇਵੇਂ ਪੈਰੇ 'ਚ ਆਇਆ, ਬਿਲਡਿੰਗ ਵੇਅਰ ਹੋਰਸਿਸ ਆਰ ਕੈਪਟ, ਇੱਕ ਅਜਿਹੀ ਬਿਲਡਿੰਗ ਜਿੱਥੇ ਕਿ ਘੋੜੇ ਰੱਖੇ ਜਾਂਦੇ ਨੇ, ਤਾਂ ਉਸ ਨੂੰ ਆਪਾਂ ਸਟੇਬਲ ਕਹਿੰਦੇ ਆ। ਵਾਪਸ ਆਨੇ ਜੀ ਆਪਣੇ ਚੈਪਟਰ ਤੇ। 7th ਸਾਡਾ ਪੈਰਾ ਹੈ, ਦ ਐਕਸਾਈਟਮੈਂਟ ਇਨ ਦਾ ਹਾਲ ਰੋਜ਼ ਹਾਈ। ਹੁਣ ਦੇਖੋ ਯੁਧਿਸ਼ਟਰ ਹਾਰੀ ਜਾ ਰਿਹਾ, ਤਾਂ ਹੁਣ ਤੁਹਾਨੂੰ ਪਤਾ ਨਾ ਕਿ ਕਿੱਥੇ ਹੋ ਰਿਹਾ ਸਾਰਾ ਕੰਮ, ਇਹ ਸਾਰਾ ਹੋ ਰਿਹਾ ਹੈ, ਜੂਆ ਖੇਡਿਆ ਜਾ ਰਿਹਾ ਹੈ। ਜਿਹੜਾ ਧ੍ਰਿਤਰਾਸ਼ਟਰ ਰਾਜਾ ਹੈ, ਉਹਦੇ ਮੇਨ ਮਹਿਲ ਦੇ ਵਿੱਚ, ਜਿੱਥੇ ਰਾਜਾ ਆਪਣੀ ਲਾਂਦਾ ਹੁੰਦਾ ਹੈ, ਸਾਰੇ ਵਜ਼ੀਰ ਬੈਠੇ ਹੁੰਦੇ ਆ, ਜਿਵੇਂ ਆਪਾਂ ਪਿਕਚਰਾਂ 'ਚ ਦੇਖਦੇ ਹਾਂ, ਤਾਂ ਉੱਥੇ ਹੋ ਰਿਹਾ ਹੁੰਦਾ ਹੈ, ਤਾਂ ਹਾਲ ਹੁੰਦਾ ਮੇਨ। ਤਾਂ ਉਸ 'ਚ ਜਿਹੜੀ ਐਕਸਾਈਟਮੈਂਟ ਹੈ, ਉਤੇਜਨਾ, ਐਕਸਾਈਟਮੈਂਟ ਮਤਲਬ ਸਾਰੇ ਬੰਦੇ ਹੋ ਜਾਂਦੇ, ਐਕਸਾਈਟ ਹੋ ਜਾਂਦੇ ਵੀ ਦੇਖੋ ਕੀ ਹੋ ਰਿਹਾ ਹੈ। ਰੋਜ਼ ਹਾਈ, ਬਹੁਤ ਜ਼ਿਆਦਾ ਉਤੇਜਨਾ ਵੱਧ ਜਾਂਦੀ ਹੈ। ਆਲ ਅਦਰ ਪਲੇ ਹੈਡ ਸੀਜ਼ਡ, ਜੋ ਵੀ ਉੱਥੇ ਕੰਮ ਹੋ ਰਿਹਾ ਹੁੰਦਾ ਕੋਈ ਹੋਰ, ਕਿਉਂਕਿ ਰਾਜ ਦਰਬਾਰੀ ਵੀ ਬੈਠੇ ਹੋਏ ਨੇ, ਹੋ ਸਕਦਾ ਹੈ ਕਿ ਸ਼ੁਰੂਆਤ ਦੇ ਵਿੱਚ ਉੱਥੇ ਕੋਈ ਹੋਰ ਕੰਮ ਵੀ ਹੋ ਰਿਹਾ ਸੀ, ਉਹ ਸਾਰਾ ਕੁਝ ਬੰਦ ਹੋ ਜਾਂਦਾ ਹੈ। ਸੀਜ਼ ਦਾ ਮਤਲਬ ਹੁੰਦਾ ਹੈ ਬੰਦ ਹੋਣਾ, ਸਭ ਕੁਝ ਬੰਦ ਹੋ ਜਾਂਦਾ ਹੈ। ਐਂਡ ਦਾ ਪਲੇਅਰਸ ਕਰਾਊਡਡ ਅਰਾਊਂਡ ਯੁਧਿਸ਼ਟਰਸ ਟੇਬਲ, ਅਤੇ ਸਾਰੇ ਜਿਹੜੇ ਪਲੇਅਰ ਸੀ ਹੋਰ ਵੀ ਜਿਹੜੇ ਖੇਡਣ ਆਏ ਸੀ, ਉਹ ਸਾਰੇ ਯੁਧਿਸ਼ਟਰ ਦੇ ਟੇਬਲ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਆ। ਕਰਾਊਡਡ ਅਰਾਊਂਡ ਦਾ ਮਤਲਬ ਉਹਦੇ ਆਲੇ ਦੁਆਲੇ ਭੀੜ ਲਾ ਲੈਂਦੇ ਆ। ਵੈਨ ਹੀ ਹੈਡ ਲੋਸਟ ਹਿਸ ਜੁਐਲਸ, ਯੁਧਿਸ਼ਟਰ ਸੈਟ ਬੈਕ ਇਨ ਹਿਸ ਸੀਟ ਇਨ ਸਾਇਲੈਂਟ ਰੇਜ, ਸਟੇਅਰਿੰਗ ਹੈਲਪਲੈਸਲੀ ਬਿਫੋਰ ਹਿਮ। ਇੱਥੋਂ ਆਈ ਥਿੰਕ ਨਵੀਂ ਲਾਈਨ ਸਟਾਰਟ ਹੋਣੀ ਚਾਹੀਦੀ ਸੀ, ਚਲੋ ਆਪਾਂ ਰੇਜ਼ ਤਾਂ ਕਰ ਲੈਨੇ ਪਹਿਲਾਂ, ਕਿ ਜਦੋਂ ਉਹ ਆਪਣੇ ਜੁਐਲਸ, ਜਿਹੜੇ ਕਿ ਬੜੇ ਕੀਮਤੀ ਜੁਐਲਸ ਹੁੰਦੇ ਨੇ, ਗਹਿਣੇ ਹੁੰਦੇ, ਹਾਰ ਜਾਂਦਾ ਹੈ, ਤਾਂ ਯੁਧਿਸ਼ਟਰ ਆਪਣੀ ਸੀਟ ਦੇ ਵਿੱਚ ਬੈਠਾ, ਸੀਟ ਤੇ ਬੈਠਾ, ਇਨ ਸਾਇਲੈਂਟ ਰੇਜ, ਗੁੱਸੇ 'ਚ ਬੈਠਾ ਹੈ, ਚੁੱਪ ਕਰੀ ਵੀ ਬੈਠਾ ਹੈ। ਸਾਇਲੈਂਟ ਰੇਜ ਦਾ ਮਤਲਬ ਗੁੱਸਾ, ਗੁੱਸੇ 'ਚ ਬੈਠਾ ਹੈ। Staring helplessly before him, Vidur, unable to endure the scene any longer, once more approached Dhritarashtra. ਤਾਂ ਇੱਥੇ ਇੱਕ ਹੋਰ ਕਰੈਕਟਰ ਦੀ ਬੇਟਾ ਐਂਟਰੀ ਹੁੰਦੀ ਹੈ, ਉਹਦਾ ਨਾਮ ਹੈ ਵਿਦੁਰ, ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਜਦੋਂ ਉਸ ਨੂੰ ਹੈਲਪਲੈਸਲੀ ਦੇਖਦਾ, ਹੈਲਪਲੈਸਲੀ ਮਤਲਬ ਲਾਚਾਰ, ਹੁਣ ਲਾਚਾਰ ਕੌਣ ਹੈ? ਯੁਧਿਸ਼ਟਰ, ਕਿਉਂਕਿ ਸਾਰਾ ਕੁਝ ਹਾਰੀ ਜਾ ਰਿਹਾ। ਤਾਂ ਯੁਧਿਸ਼ਟਰ ਨੂੰ ਜਦੋਂ ਲਾਚਾਰ ਦੇਖਦਾ ਵਿਦੁਰ, ਤਾਂ ਉਹ ਵਿਚਾਰਾ ਐਂਡਿਓਰ ਨਹੀਂ ਕਰ ਪਾਉਂਦਾ। ਐਂਡਿਓਰ ਦਾ ਮਤਲਬ ਸਹਿ ਨਹੀਂ ਪਾਉਂਦਾ, ਐਂਡਿਓਰ ਦਾ ਮਤਲਬ ਹੁੰਦਾ ਸਹਿਣਾ, ਸਹਿ ਨਹੀਂ ਪਾਉਂਦਾ ਇਸ ਸੀਨ ਨੂੰ, ਐਨੀ ਲੋਂਗਰ, ਹੋਰ ਜ਼ਿਆਦਾ ਸਹਿਣ ਨਹੀਂ ਪਾਉਂਦਾ, ਅਤੇ ਉਹ ਧ੍ਰਿਤਰਾਸ਼ਟਰ ਨੂੰ ਅਪਰੋਚ ਕਰਦਾ ਹੈ, ਧ੍ਰਿਤਰਾਸ਼ਟਰ ਕੋਲ ਜਾਂਦਾ ਹੈ। ਹੁਣ ਵਿਦੁਰ ਕੌਣ ਹੈ, ਮੈਂ ਪਹਿਲਾਂ ਦੱਸ ਦਿੰਦਾ ਬੇਟਾ। ਤਾਂ ਵਿਦੁਰ ਜਿਹੜਾ ਸੀ ਇਹਨਾਂ ਦਾ ਮੁੱਖ ਮੰਤਰੀ ਸੀਗਾ, ਇਹ ਰਾਜ ਦਾ, ਇਹ ਹਸਤਿਨਾਪੁਰ ਦਾ ਰਾਜਾ ਸੀਗਾ ਧ੍ਰਿਤਰਾਸ਼ਟਰ। ਉਹਦੀ ਨੈਚੁਰਲੀ ਪਤਾ ਤੁਹਾਨੂੰ, ਬੜਾ ਮੰਤਰੀ ਹੁੰਦੇ ਆ ਬਹੁਤ ਸਾਰੇ, ਸੈਨਾਪਤੀ ਹੁੰਦੇ ਆ, ਜਿਹੜਾ ਮੇਨ ਚੀਫ ਮਿਨਿਸਟਰ ਸੀਗਾ ਨਾ, ਮੁੱਖ ਮੰਤਰੀ ਸੀ, ਉਹ ਵਿਦੁਰ ਸੀ। ਤੇ ਵਿਦੁਰ ਕਾਫੀ ਪੁਰਾਣਾ ਮੰਤਰੀ ਸੀ ਤੇ ਸਿਆਣਾ ਬੰਦਾ ਸੀਗਾ ਇਹ। ਲੰਬੀ ਸਟੋਰੀ ਹੈ, ਵੈਸੇ ਕਦੇ ਆਪਾਂ ਕਲਾਸ 'ਚ ਇਕੱਠੇ ਹੋਵਾਂਗੇ ਫਿਰ ਤੁਹਾਨੂੰ ਸੁਣਾਵਾਂਗੇ। ਤਾਂ ਵਿਦੁਰ ਨੂੰ ਐ ਸਮਝ ਲਓ ਕਿ ਇੱਕ ਸਿਆਣਾ ਬੰਦਾ ਸੀ, ਤੇ ਉਹ ਕਿਸੇ ਦੇ ਪੱਖ 'ਚ ਨਹੀਂ ਸੀਗਾ, ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲਾ ਸੀ। ਹੁਣ ਉਹ ਇਹ ਚੀਜ਼ ਦੇਖ ਨਹੀਂ ਪਾਉਂਦਾ, ਉਹ ਫਿਰ ਧ੍ਰਿਤਰਾਸ਼ਟਰ ਕੋਲ ਅਪਰੋਚ ਕਰਦਾ, ਉਹਦੇ ਕੋਲ ਜਾਂਦਾ ਹੈ। The blind king was peering towards the place where he knew Duryodhan stood. ਹੁਣ ਜਿਹੜਾ ਤੁਹਾਨੂੰ ਪਤਾ ਹੈ ਕਿ ਧ੍ਰਿਤਰਾਸ਼ਟਰ ਹੈ, ਬਲਾਈਂਡ ਹੈ, ਅੰਨਾ ਹੈ, ਉਹ ਪੀਅਰਿੰਗ, ਪੀਅਰਿੰਗ ਦਾ ਮਤਲਬ ਹੁੰਦਾ ਬੇਟਾ ਕਲੋਜ਼ਲੀ ਦੇਖਣਾ, ਦੇਖਣ ਨੂੰ ਕਹਿੰਦੇ ਨੇ, ਜਦ ਆਪਾਂ ਕਲੋਜ਼ਲੀ ਕਿਸੇ ਨੂੰ ਹੋ ਕੇ ਦੇਖਦੇ ਹਾਂ ਉਹਨੂੰ ਆਪਾਂ ਪੀਅਰਿੰਗ ਕਹਿੰਦੇ ਹਾਂ। ਤਾਂ ਉਹ ਉਸ ਜਗ੍ਹਾ ਵੱਲ ਦੇਖ ਰਿਹਾ ਸੀ, ਹਾਲਾਂਕਿ ਦੇਖ ਤਾਂ ਸਕਦਾ ਨਹੀਂ ਸੀ, ਪਰ ਉਹਦਾ ਧਿਆਨ ਉਸ ਜਗ੍ਹਾ ਵੱਲ ਸੀ ਜਿੱਥੇ ਦੁਰਯੋਧਨ ਖੜਾ ਸੀ। ਹੁਣ ਦੁਰਯੋਧਨ ਤਾਂ ਉਹਦਾ ਆਪਣਾ ਮੁੰਡਾ ਹੈ। ਐਂਡ ਗ੍ਰੀਨਿੰਗ ਵਿਦ ਸੈਟਿਸਫੈਕਸ਼ਨ ਐਟ ਦਾ ਵਿਕਟਰੀ ਆਫ ਹਿਸ ਸਨ, ਅਤੇ ਉਹ ਬੜਾ ਹੀ ਸੈਟਿਸਫਾਈਡ ਹੈ, ਸੰਤੁਸ਼ਟ ਹੈ ਤੇ ਸਮਾਈਲ ਕਰ ਰਿਹਾ ਹੈ। ਕਿਉਂ? ਕਿਉਂਕਿ ਉਸ ਦੀ ਪੁੱਤਰ ਦੀ ਜਿੱਤ ਹੋ ਰਹੀ ਹੈ। ਇੱਥੇ ਗ੍ਰੀਨਿੰਗ ਸ਼ਬਦ ਆਇਆ ਬੇਟਾ, ਗ੍ਰੀਨਿੰਗ ਦਾ ਮਤਲਬ ਹੁੰਦਾ ਸਮਾਈਲ, ਲੇਕਿਨ ਸਮਾਈਲ
ਕੋਝੀ ਸਮਾਈਲ ਮੈਂ ਪਹਿਲਾਂ ਵੀ ਦੱਸਿਆ ਸੀ। ਕੁਝ ਵਰਡਸ ਐਸੇ ਹੁੰਦੇ ਨੇ ਬੇਟਾ, ਜਦੋਂ ਆਪਾਂ ਹੱਸਦੇ ਹਾਂ ਨਾ, ਇੱਕ ਤਾਂ ਆਪਾਂ ਦਿਲੋਂ ਹੱਸਦੇ ਹਾਂ ਤਾਂ ਉਹਨੂੰ ਆਪਾਂ ਲਾਫ ਕਹਿੰਦੇ ਹਾਂ, ਲੇਕਿਨ ਜਦੋਂ ਆਪਾਂ ਲਾ ਕੇ ਹੱਸਦੇ ਹਾਂ ਵੀ ਆਪਾਂ ਹਾਸਾ ਇਸ ਤਰ੍ਹਾਂ ਦਿਖਾਉਂਦੇ ਹਾਂ ਕਿ ਜਿਵੇਂ ਕਿਸੇ ਨੂੰ ਆਪਾਂ ਨੇ ਜਲੀਲ ਕਰਨਾ ਹੋਵੇ, ਤਾਂ ਉਸ ਦਾ ਵਰਡ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ। ਇਸੇ ਤਰ੍ਹਾਂ ਸਮਾਈਲ, ਜਦ ਆਪਾਂ ਸਮਾਈਲ ਕਰਦੇ ਹਾਂ ਤਾਂ ਆਪਾਂ ਦਿਲੋਂ ਸਮਾਈਲ ਕਰਦੇ ਹਾਂ, ਲੇਕਿਨ ਜਦੋਂ ਆਪਾਂ ਗ੍ਰੀਨਿੰਗ ਕਰਦੇ ਹਾਂ ਤਾਂ ਇਹਦਾ ਮਤਲਬ ਸਾਡੇ ਦਿਲ 'ਚ ਕੁਛ ਹੈ ਤੇ ਬਾਹਰ ਅਸੀਂ ਸਮਾਈਲ ਕੁਛ ਹੋਰ ਕਰਦੇ, ਤਾਂ ਇੱਕ ਤਰ੍ਹਾਂ ਦੀ ਨੈਗੇਟਿਵ ਸਮਾਈਲ ਹੁੰਦੀ ਹੈ। ਤਾਂ ਇਹ ਧਿਆਨ ਰੱਖਣੇ ਆ ਵਰਡਸ ਕਿ ਇਹਨਾਂ ਦਾ ਮਤਲਬ ਕੀ ਹੈ। ਤਾਂ ਇਹ ਸੀ ਜੀ ਸਾਡਾ 7th ਪੈਰਾ। 7th ਪੈਰੇ ਦੇ ਵੀ ਆਪਾਂ ਇੱਕ ਵਾਰੀ ਵਰਡਸ ਦੇਖ ਲੈਂਦੇ ਹਾਂ। ਤਾਂ 7th ਪੈਰੇ ਦੇ ਵਿੱਚ 3 ਵਰਡ ਆਏ, ਦੇਖੋ ਜੀ, ਰੇਜ ਵਾਇਲੈਂਟ ਐਂਗਰ, ਗੁੱਸੇ ਨੂੰ ਕਿਹਾ ਜਾਂਦਾ ਹੈ। ਪੀਅਰ ਮੈਂ ਪਹਿਲਾਂ ਦੱਸਿਆ ਸੀ, ਲੁੱਕ ਕਲੋਜ਼ਲੀ, ਨੇੜੇ ਤੋਂ ਦੇਖਣ ਨੂੰ। ਗ੍ਰੀਨ, ਸਮਾਈਲ ਬ੍ਰੌਡਲੀ ਟੂ ਐਕਸਪ੍ਰੈਸ ਫੁਲਿਸ਼ ਸੈਟਿਸਫੈਕਸ਼ਨ, ਜਦੋਂ ਆਪਾਂ ਬਹੁਤ ਜ਼ਿਆਦਾ ਸਮਾਈਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਅੰਦਰੋਂ ਸਾਡਾ ਕੁਝ ਮੋਟਿਵ ਹੋਰ ਹੁੰਦਾ ਹੈ, ਤਾਂ ਇਹਨੂੰ ਆਪਾਂ ਗ੍ਰੀਨਿੰਗ ਕਹਿੰਦੇ ਹਾਂ। ਇਸ ਤਰੀਕੇ ਦੇ ਨਾਲ ਜੀ ਇਹ ਸਾਡਾ 7th ਪੈਰਾ ਸੀ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਾਡਾ 8th ਬੇਟਾ ਪੈਰਾ ਹੈ, ਮਹਾਰਾਜਾ ਸੈਡ ਵਿਦੁਰ ਟੂ ਹਿਸ ਬ੍ਰਦਰ। ਤਾਂ ਵਿਦੁਰ ਆਪਣੇ ਬ੍ਰਦਰ ਨੂੰ ਕਹਿੰਦਾ। ਹੁਣ ਤੁਸੀਂ ਕਹੋਗੇ ਕਿ ਕੀ ਬ੍ਰਦਰ ਹੈ ਇਹਦਾ ਵਿਦੁਰ? ਬਿਲਕੁਲ ਹੈ ਜੀ। ਐਕਚੁਅਲੀ ਇਹ 3 ਭਰਾ ਸੀਗੇ, ਪਾਂਡੂ, ਧ੍ਰਿਤਰਾਸ਼ਟਰ ਤੇ ਵਿਦੁਰ। ਇਹ 3 ਭਰਾ ਸੀ, ਲੇਕਿਨ ਇਹ ਤਿੰਨੇ ਭਰਾ ਅਲੱਗ-ਅਲੱਗ ਮਦਰ ਤੋਂ ਸੀਗੇ। ਇਹ ਗੱਲ ਦਾ ਧਿਆਨ ਰੱਖਿਓ। ਪਾਂਡੂ, ਵਿਦੁਰ ਤੇ ਧ੍ਰਿਤਰਾਸ਼ਟਰ ਜਿਹੜਾ ਰਾਜਾ ਇਸ ਟਾਈਮ, ਇਹ ਭਰਾ ਜ਼ਰੂਰ ਸੀਗੇ ਲੇਕਿਨ ਮਤਰੇਏ ਭਰਾ ਸੀਗੇ। ਹੁਣ ਇਹਦੀ ਇੱਕ ਲੰਬੀ ਹਿਸਟਰੀ ਹੈ ਬੇਟਾ। ਐਕਚੁਅਲੀ ਮਹਾਭਾਰਤ ਇੱਕ ਐਸੀ ਚੀਜ਼ ਹੈ ਵੀ ਇਹਨੂੰ ਸਮਝਾਉਣਾ ਜਾਂ ਇਹਨੂੰ ਦੱਸਣਾ ਇਹਦੇ ਬਾਰੇ ਬਹੁਤ ਕਾਫੀ ਟਾਈਮ ਚਾਹੀਦਾ। ਬਸ ਤੁਸੀਂ ਐਂ ਸਮਝ ਲਓ ਕਿ ਇਹ ਭਰਾ ਸੀਗੇ ਤਿੰਨੇ ਹੀ। ਪਾਂਡੂ ਦੀ ਡੈਥ ਹੋਈ ਵੀ ਹੈ ਤੇ ਹੁਣ 2 ਹੀ ਭਰਾ ਰਹਿ ਗਏ, ਇੱਕ ਵਿਦੁਰ ਰਹਿ ਗਿਆ, ਇੱਕ ਧ੍ਰਿਤਰਾਸ਼ਟਰ ਹੈ। ਤਾਂ ਧ੍ਰਿਤਰਾਸ਼ਟਰ ਰਾਜਾ ਹੈ, ਵਿਦੁਰ ਉਹਦਾ ਮੰਤਰੀ ਹੈ। ਤਾਂ ਹੁਣ ਉਹ ਕਹਿੰਦਾ ਕਿ ਮਹਾਰਾਜਾ, ਆਈ ਬੈਗ ਯੂ ਟੂ ਬੀ ਵਾਰਨਡ। ਕਹਿੰਦੇ ਮੈਂ ਤੈਨੂੰ ਸੁਚੇਤ ਕਰ ਰਹੇ ਹਾਂ। ਵਾਰਨਡ ਦਾ ਮਤਲਬ ਹੁੰਦਾ ਬੇਟਾ ਸੁਚੇਤ ਕਰਨਾ, ਕਿ ਮੈਂ ਤੈਨੂੰ ਸੁਚੇਤ ਕਰ ਰਹੇ ਹਾਂ। ਯੂ ਲਵ ਦੁਰਯੋਧਨ। ਕਹਿੰਦੇ ਤੂੰ ਦੁਰਯੋਧਨ ਨੂੰ ਪਿਆਰ ਕਰਦਾ। ਨੈਚੁਰਲੀ ਹੈ, ਪਿਤਾ ਆਪਣੇ ਪੁੱਤ ਨੂੰ ਪਿਆਰ ਕਰਦਾ ਹੀ ਹੈ। ਬਟ ਯੂ ਨੋ ਵੈਲ ਇਨ ਯੂਰ ਹਾਰਟ, ਪਰ ਤੂੰ ਆਪਣੇ ਦਿਲੋਂ ਜਾਣਦਾ ਹੈ ਗੱਲ। ਨੋ ਵੈਲ ਇਨ ਯੂਰ ਹਾਰਟ, ਤੂੰ ਦਿਲੋਂ ਜਾਣਦਾ ਹੈ that his wickedness and greed ate the curse of your race, ਕਿ ਉਸ ਦੀ ਜਿਹੜੀ ਭੁੱਖ ਹੈ, ਗਰੀਡ ਦਾ ਮਤਲਬ ਲਾਲਚ ਹੈ, ਵਿਕਡਨੈਸ ਦਾ ਮਤਲਬ ਜਿਹੜਾ ਬੰਦਾ ਧੂਰਤ ਹੁੰਦਾ ਹੈ ਨਾ, ਬਹੁਤ ਹੀ ਕਪਟੀ ਹੁੰਦਾ ਹੈ, ਉਹਨੂੰ ਆਪਾਂ ਕਹਿੰਦੇ ਆ ਕਿ ਉਹਦੀ ਜਿਹੜੀ ਉਹ ਕਪਟ ਹੈ ਉਸਦੀ, ਤੇ ਉਹਦੀ ਜਿਹੜੀ ਗਰੀਡ ਹੈ, ਜਿਹੜੀ ਉਹਦੀ ਲਾਲਚ ਹੈ, ਇਹ ਤੇਰੇ ਕੁੱਲ ਨੂੰ ਖਾ ਰਹੀ ਹੈ। ਰੇਸ ਦਾ ਮਤਲਬ ਇੱਥੇ ਬੇਟਾ ਕੁੱਲ ਹੈ ਨਾ, ਜਿਹੜਾ ਜਿਵੇਂ ਆਪਣਾ ਪੂਰਾ ਫੈਮਿਲੀ ਹੁੰਦੀ ਹੈ, ਵੀ ਤੇਰੀ ਫੈਮਿਲੀ ਨੂੰ ਖਾ ਰਹੀ ਹੈ ਉਹਦੀ ਵਿਕਡਨੈਸ ਤੇ ਗਰੀਡ। ਦੇਖੋ ਉਹ ਸਿੱਧੀ ਸਪਸ਼ਟ ਸ਼ਬਦਾਂ ਦੇ ਵਿੱਚ ਰਾਜੇ ਨੂੰ ਕਹਿ ਰਿਹਾ ਹੈ। ਬੀ ਵਾਈਜ਼ ਇਨ ਟਾਈਮ, ਕਹਿੰਦੇ ਸਮੇਂ ਅਨੁਸਾਰ ਤੂੰ ਵਾਈਜ਼ ਬਣ, ਬੀ ਵਾਈਜ਼, ਸਿਆਣਾ ਬਣ। ਗਿਵ ਅਪ ਦਿਸ ਜੈਕਲ ਆਫ ਇਵਲ ਓਮਨ ਐਂਡ ਵਿਨ ਦਾ ਸਪੋਰਟ ਆਫ ਦਾ ਪਾਂਡਵਸ। ਕਹਿੰਦੇ ਇਹ ਜਿਹੜਾ ਜੈਕਲ ਹੈ ਨਾ, ਜੈਕਲ ਐਨੀਮਲ ਨੂੰ ਕਿਹਾ ਜਾਂਦਾ ਬੱਚੇ। ਉਹ ਜੈਕਲ ਹੁੰਦਾ ਗਿੱਦੜ। ਗਿੱਦੜ ਨੂੰ ਨਾ ਇੰਗਲਿਸ਼ 'ਚ ਜੈਕਲ ਕਹਿੰਦੇ ਆ। ਤੇ ਗਿੱਦੜ ਕੋਈ ਚੰਗਾ ਐਨੀਮਲ ਨਹੀਂ ਸਮਝਿਆ ਜਾਂਦਾ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਗਿੱਦੜ ਜੇਕਰ ਕਿਤੇ ਆ ਜੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਇਹ ਬੁਰਾ ਸ਼ਗਨ ਹੈ। ਇੱਥੇ ਉਹੀ ਕਹਿ ਰਿਹਾ ਇਵਲ ਓਮਨ। ਇਵਲ ਦਾ ਮਤਲਬ ਬੁਰਾ, ਓਮਨ ਦਾ ਮਤਲਬ ਸ਼ਗਨ। ਕਹਿੰਦੇ ਜਿਹੜਾ ਕੰਮ ਹੋ ਰਿਹਾ ਹੈ ਇੱਥੇ, ਇਹ ਬੁਰਾ ਹੋ ਰਿਹਾ ਹੈ, ਬੁਰੇ ਸ਼ਗਨ ਦਾ ਕੰਮ ਹੋ ਰਿਹਾ ਹੈ, ਇਹਨੂੰ ਤੂੰ ਛੱਡ ਦੇ। ਗਿਵ ਅਪ ਦਾ ਮਤਲਬ ਹੁੰਦਾ, ਮੈਂ ਪਹਿਲਾਂ ਵੀ ਦੱਸਿਆ ਕਈ ਵਾਰੀ, ਇਟਸ ਅ ਫਰੇਜ਼ਲ ਵਰਬ। ਗਿਵ ਅਪ ਦਾ ਮਤਲਬ ਛੱਡਣਾ, ਕਿ ਤੂੰ ਆਹ ਕੰਮ ਛੱਡ ਦੇ, ਇਹਨਾਂ ਨੂੰ ਨਾ ਖੜਾ, ਜੂਆ ਬੰਦ ਕਰਵਾ ਦੇ, ਤੇ
ਐਂਡ ਵਿਨ ਦਾ ਸਪੋਰਟ ਆਫ ਦਾ ਪਾਂਡਵਸ, ਅਤੇ ਪਾਂਡਵਾਂ ਦੀ ਸਪੋਰਟ ਤੂੰ ਲੈ, ਪਾਂਡਵਾਂ ਦੀ ਸਪੋਰਟ ਲੈ। ਦੋਸ ਟਾਈਗਰਸ ਆਫ ਮੈਨ ਹੂ ਵਿਲ ਡਿਫੈਂਡ ਦੀ ਹਾਊਸ ਆਫ ਭਾਰਤ ਅਗੇਂਸਟ ਆਲ ਇਟਸ ਫੋਜ਼। ਕਹਿੰਦੇ ਇਹ ਜਿਹੜੇ ਸ਼ੇਰਾਂ ਵਰਗੇ ਬੰਦੇ ਨੇ, ਕਿਹਨਾਂ ਨੂੰ ਟਾਈਗਰਸ ਆਫ ਮੈਨ ਕਿਹਨੂੰ ਕਿਹਾ ਗਿਆ? ਪਾਂਡਵਾਂ ਨੂੰ ਕਿਹਾ ਗਿਆ, ਕਿ ਇੰਨੇ ਬਹਾਦਰ ਨੇ, ਇਹ ਤੇਰੇ ਹਾਊਸ ਦੀ, ਤੇਰੇ ਘਰ ਦੀ ਰੱਖਿਆ ਕਰਨਗੇ। ਤੇਰਾ ਘਰ ਕਿਹੜਾ? ਭਾਰਤ। ਉਸ ਟਾਈਮ ਭਾਰਤ ਦਾ ਰਾਜਾ ਸੀਗਾ। ਭਾਰਤ ਦਾ ਰਾਜਾ ਇੱਕ ਤਰ੍ਹਾਂ ਨਾਲ ਕੌਣ ਸੀ ਉਸ ਟਾਈਮ? ਧ੍ਰਿਤਰਾਸ਼ਟਰ, ਕਿਉਂਕਿ ਭਾਰਤ ਦੇ ਕਾਫੀ ਸਾਰੇ ਹਿੱਸੇ ਤੇ ਇਹਦਾ ਹੀ ਰਾਜ ਸੀ। ਤੇ ਇਹ ਤੇਰੇ ਸਾਰੇ ਵਿਰੋਧੀਆਂ, ਫੌਜ ਦਾ ਮਤਲਬ ਦੁਸ਼ਮਣ ਨੂੰ ਕਿਹਾ ਜਾਂਦਾ ਬੇਟਾ, ਫੋ, ਤਾਂ ਇਹ ਤੇਰੇ ਦੁਸ਼ਮਣਾਂ ਤੋਂ ਤੈਨੂੰ ਬਚਾਉਣਗੇ। ਕੌਣ? ਪਾਂਡਵ। ਤੂੰ ਪਾਂਡਵਾਂ ਦੀ ਸਪੋਰਟ ਲੈ। ਆ ਬੰਦ ਕਰਾ ਦੇ ਜਿਹੜਾ ਚੱਲ ਰਿਹਾ ਇੱਥੇ ਡਰਾਮਾ। ਡੂ ਯੂ ਵਿਸ਼ ਟੂ ਡਾਈ ਦੈਟ ਯੂ ਸੋ ਪ੍ਰੋਵੋਕ देयर ਐਂਗਰ? ਕੀ ਤੂੰ ਮਰਨਾ ਚਾਹੁੰਦਾ? ਡੂ ਯੂ ਵਿਸ਼ ਟੂ ਡਾਈ? ਤੂੰ ਮਰਨਾ ਚਾਹੁੰਦਾ ਉਹਨਾਂ ਦੇ ਐਂਗਰ ਨੂੰ, ਉਹਨਾਂ ਦੇ ਗੁੱਸੇ ਨੂੰ ਪ੍ਰੋਵੋਕ ਕਰਕੇ। ਪ੍ਰੋਵੋਕ ਦਾ ਮਤਲਬ ਜਦ ਆਪਾਂ ਕਿਸੇ ਨੂੰ ਕੋਈ ਗੱਲ ਕਹਿ ਕੇ ਛੇੜ-ਛਾੜ ਕੇ ਉਹਨੂੰ ਐਂਗਰ ਚ ਲਿਆਉਂਦੇ ਆ, ਉਹਨੂੰ ਗੁੱਸੇ ਚ ਲਿਆਉਂਦੇ, ਉਹਨੂੰ ਪ੍ਰੋਵੋਕ ਕਰਨਾ ਕਹਿੰਦੇ ਨੇ। ਕਿਸੇ ਨੂੰ ਗੁੱਸੇ ਚ ਲਿਆਣਾ ਹੈ ਨਾ, ਪ੍ਰੋਵੋਕ ਕਰਨਾ ਕਹਿੰਦੇ। ਵੀ ਤੂੰ ਇਹੋ ਜਿਹਾ ਕੰਮ ਕਰਕੇ ਇਹਨਾਂ ਦਾ ਗੁੱਸਾ ਨਾ ਵਧਾ, ਤੂੰ ਇਹੋ ਜਿਹਾ ਕੰਮ ਨਾ ਕਰ, ਸਗੋਂ ਤੂੰ ਇਹ ਕੰਮ ਬੰਦ ਕਰ ਤੇ ਇਹਨਾਂ ਨੂੰ ਤੂੰ ਆਪਣੇ ਇਹਨਾਂ ਦੀ ਸਪੋਰਟ ਲੈ, ਤਾਂ ਕਿ ਤੇਰੀ ਮਦਦ ਕਰਨ ਆਪ ਤੇਰੇ ਦੁਸ਼ਮਣਾਂ ਤੋਂ, ਕਿਉਂਕਿ ਬਹਾਦਰ ਨੇ ਇਹ। ਤਾਂ 8ਵਾਂ ਚੈਪਟਰ, 8ਵਾਂ ਸਾਡਾ ਪੈਰਾ ਇਹ ਸੀਗਾ ਜੀ। ਇੱਕ ਵਾਰੀ ਫਿਰ ਆਪਾਂ ਇਹਦੇ ਵਰਡਸ ਦੇਖ ਲੈਂਦੇ ਹਾਂ। ਤਾਂ 8ਵੇਂ ਦੇ ਵਿੱਚ ਆ ਦੇਖੋ ਆਇਆ ਹੋਇਆ, ਜੈਕਲ ਆਫ ਈਵਲ, ਆ ਵਾਈਲਡ ਐਨੀਮਲ ਨੋਨ ਫॉर ਇਟਸ ਟ੍ਰੈਚਰੀ। ਕਿਉਂਕਿ ਗਿੱਦੜ ਇੱਕ ਜਿਹੀ ਹੈਗਾ ਨਾ ਐਨੀਮਲ, ਕਿ ਉਹ ਇਹੋ ਜਿਹੀ ਕੰਮ ਕਰਦਾ, ਧੋਖੇਬਾਜ਼ੀ ਦਾ ਕੰਮ ਕਰਦਾ ਗਿੱਦੜ, ਤਾਂ ਹੀ ਇਹਨੂੰ ਜੈਕਲ ਆਫ ਈਵਲ ਕਿਹਾ ਗਿਆ। ਪ੍ਰਵੋਕ ਸ਼ਬਦ ਆਇਆ ਜੀ, ਮੇਕ ਐਂਗਰੀ ਔਰ ਐਨਾਇਡ। ਐਨਾਇਡ ਦਾ ਮਤਲਬ ਤੰਗ ਕਰਨਾ, ਮੇਕ ਐਂਗਰੀ ਕਿਸੇ ਨੂੰ ਗੁੱਸੇ ਚ ਲਿਆਣਾ। ਇੱਕ ਵਾਰੀ ਫਿਰ ਆਪਾਂ ਵਾਪਸ ਆਪਣੇ ਚੈਪਟਰ ਤੇ ਆਨੇ ਆ ਜੀ। 9ਵਾਂ ਪੈਰਾ, ਦਾ ਬਲਾਈਂਡ ਓਲਡ ਕਿੰਗ ਸੈਟ ਸਾਇਲੈਂਟ। ਹੁਣ ਜਿਹੜਾ ਅੰਨਾ ਰਾਜਾ ਹੈ, ਬੁੱਢਾ ਰਾਜਾ ਹੈ, ਉਹ ਚੁੱਪ ਕਰਕੇ ਬੈਠਾ ਰਹਿੰਦਾ, ਸਾਇਲੈਂਟ। ਹਿਜ਼ ਫੇਸ ਹਿਡਨ ਇਨ ਹਿਜ਼ ਹੈਂਡਸ। ਆਪਣੇ ਹੈਂਡਸ ਦੇ ਵਿੱਚ ਉਹਨੇ ਆਪਣਾ ਫੇਸ ਛੁਪਾਇਆ ਹੋਇਆ, ਕੁਝ ਨਹੀਂ ਬੋਲਦਾ। ਵਿਦੁਰ ਟਰਨ ਟੂ ਦਾ ਗੈਂਬਲਰਸ। ਹੁਣ ਵਿਦੁਰ ਗੈਂਬਲਰਸ ਵਾਰ ਮੁੜਦਾ। ਜਦੋਂ ਰਾਜਾ ਕੋਈ ਜਵਾਬ ਨਹੀਂ ਦਿੰਦਾ ਤਾਂ ਵਿਦੁਰ, ਹੁਣ ਜਿਹੜੇ ਉਹ ਗੈਂਬਲਰ ਕੌਣ ਨੇ? ਆਹੀ ਨੇ ਕੌਰਵ ਪਾਂਡਵ ਜਿਹੜੇ ਬੈਠੇ ਨੇ, ਤਾਂ ਉਹਨਾਂ ਵੱਲੋਂ ਮੁੜਦਾ। ਹੇਅਰ ਮੀ, ਮੈਨੂੰ ਸੁਣੋ, ਪ੍ਰਿੰਸੈਸ ਆਫ ਦੀ ਹਾਊਸ ਆਫ ਭਾਰਤ, ਹਾਊਸ ਆਫ ਭਾਰਤ ਦੇ ਰਾਜਕੁਮਾਰੋ। ਹਾਊਸ ਆਫ ਭਾਰਤ ਦੇ ਉੱਪਰ 3 ਨੰਬਰ ਪਾਇਆ, ਆਪਾਂ ਦੇਖ ਲੈਂਦੇ ਹਾਂ ਕੀ ਲਿਖਿਆ ਹੋਇਆ। ਦੁਰਯੋਧਨ ਐਂਡ ਯੁਧਿਸ਼ਟਰ ਬੋਥ ਬਿਲੋਂਗ ਟੂ ਦਾ ਡਾਇਨੈਸਟੀ ਆਫ ਭਾਰਤ। ਤਾਂ ਡਾਇਨੈਸਟੀ ਦਾ ਮਤਲਬ ਹੁੰਦਾ ਬੇਟਾ ਰਾਜ। ਉਸ ਟਾਈਮ ਤੁਹਾਨੂੰ ਦੱਸਿਆ ਨਾ ਕਿ ਪੂਰੇ ਭਾਰਤ ਦੇ ਉੱਪਰ ਇਹਨਾਂ ਦਾ ਹੀ ਰਾਜ ਸੀਗਾ, ਤੇ ਉਹਨਾਂ ਨੂੰ ਹੀ ਕਿਹਾ ਗਿਆ ਹੈ ਰਾਜਕੁਮਾਰ। ਹੁਣ ਉਹ ਦੋਨਾਂ ਨੂੰ ਸੰਬੋਧਨ ਕਰ ਰਿਹਾ ਹੈ, ਮਤਲਬ ਉਹ ਦੁਰਯੋਧਨ ਨੂੰ ਵੀ ਕਹਿ ਰਿਹਾ ਹੈ, ਉਹਦੇ ਭਰਾਵਾਂ ਨੂੰ ਵੀ ਕਹਿ ਰਿਹਾ ਹੈ, ਤੇ ਇੱਧਰ ਜਿਹੜਾ ਯੁਧਿਸ਼ਟਰ ਉਹਦੇ ਭਰਾਵਾਂ ਨੂੰ ਵੀ ਕਹਿ ਰਿਹਾ ਵੀ ਤੁਸੀਂ ਭਾਰਤ ਦੇ ਹਾਊਸ ਦੇ ਰਾਜਕੁਮਾਰ ਹੋ, ਮੇਰੀ ਗੱਲ ਸੁਣੋ। ਦਿਸ ਮੈਚ ਇਜ਼ ਬ੍ਰਿੰਗਿੰਗ ਰੂਇਨ ਟੂ ਸਮ ਐਂਡ ਹੇਟਡ ਟੂ ਆਲ। ਕਹਿੰਦੇ ਇਹ ਜਿਹੜਾ ਮੈਚ ਹੈ, ਇਹ ਕੁਛ ਲਈ ਤਬਾਹੀ ਬਣ ਰਿਹਾ ਹੈ, ਰੂਇਨ ਦਾ ਮਤਲਬ ਤਬਾਹੀ, ਅਤੇ ਬਾਕੀਆਂ ਦੇ ਲਈ ਇਹ ਨਫ਼ਰਤ ਵਰਗਾ ਬਣ ਰਿਹਾ ਹੈ, ਹੇਟਡ ਟੂ ਆਲ। ਦੁਰਯੋਧਨ, ਯੂ ਆਰ ਲੀਡਿੰਗ ਯੂਅਰ ਫਾਦਰ ਐਂਡ ਬ੍ਰਦਰਸ ਟੂ ਡਿਜ਼ਾਸਟਰ। ਤਾਂ ਦੁਰਯੋਧਨ ਨੂੰ ਸਿੱਧਾ ਕਹਿ ਰਿਹਾ ਹੈ, ਕਹਿੰਦੇ ਤੂੰ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਤਬਾਹੀ ਵੱਲ ਲੈ ਕੇ ਜਾ ਰਿਹਾ। ਡਿਜ਼ਾਸਟਰ ਦਾ ਮਤਲਬ ਤਬਾਹੀ, ਤਬਾਹੀ ਵੱਲ ਤੂੰ ਲੈ ਕੇ ਜਾ ਰਹੇ ਹੈ। Who will save you when the sons of Pandu seize their weapons to take revenge for their wrongs? ਤੈਨੂੰ ਕੌਣ ਬਚਾਊਗਾ? Who will save you? ਤੈਨੂੰ ਕੌਣ ਬਚਾਊਗਾ ਜਦੋਂ ਪਾਂਡੂ ਦੇ ਪੁੱਤਰ ਆਪਣੇ ਹੱਥ 'ਚ ਹਥਿਆਰ ਫੜ ਲੈਣਗੇ। ਸੀਜ਼ ਦਾ ਮਤਲਬ ਪਕੜਨਾ, ਵੈਪਨਸ ਦਾ ਮਤਲਬ ਹਥਿਆਰ, ਕਿ ਆਪਣੇ ਹੱਥ 'ਚ ਹਥਿਆਰ ਫੜ ਲੈਣਗੇ। ਕਾਹਦੇ ਲਈ? ਟੂ ਟੇਕ ਰਿਵੈਂਜ, ਬਦਲਾ ਲੈਣ ਲਈ। ਰਿਵੈਂਜ ਦਾ ਮਤਲਬ ਬਦਲਾ ਲੈਣਾ। ਫॉर देयर wrongs, ਜੋ ਉਹਨਾਂ ਦੇ ਨਾਲ ਗਲਤ ਗੱਲਾਂ ਹੋਈਆਂ। ਦੇਖੋ ਤੁਹਾਨੂੰ ਪਤਾ ਨਾ ਕਿ ਜਿਹੜਾ ਮੁਕਾਬਲਾ ਬੇਟਾ ਹੋ ਰਿਹਾ ਸੀ ਜੂਏ ਦਾ, ਪਹਿਲੀ ਗੱਲ ਤਾਂ ਦੇਖੋ ਜੂਏ ਦਾ ਮੁਕਾਬਲਾ ਹੀ ਨਹੀਂ ਸੀ ਹੋਣਾ ਚਾਹੀਦਾ, ਚਲੋ ਹੋ ਰਿਹਾ ਹੈ, ਉਹਦੇ ਵਿੱਚ ਵੀ ਇਕੁਐਲਿਟੀ ਨਹੀਂ ਹੈ, ਕਿਉਂਕਿ ਜਿਹੜੇ ਪਾਸੇ ਦਿੱਤੇ ਗਏ ਡਾਈਸ ਆਪਾਂ ਦੇਖੇ ਸੀਗੇ, ਉਹ ਕੀ ਸੀਗੇ? ਟੈਂਪਰਡ ਸੀਗੇ। ਕਿਹਨੂੰ ਭਲਾ? ਜਿਹੜੇ ਯੁਧਿਸ਼ਟਰ ਨੂੰ ਦਿੱਤੇ ਗਏ ਸੀ ਪਾਸੇ, ਉਹ ਇਹੋ ਜਿਹੇ ਬਣਾ ਕੇ ਦਿੱਤੇ ਗਏ ਸੀ ਕਿ ਉਹ ਉਹਨਾਂ ਦੇ ਨੰਬਰ ਘੱਟ ਹੀ ਆਉਂਦੇ ਸੀ। ਉਹ ਜਿਵੇਂ ਹੀ ਉਹਨਾਂ ਨੂੰ ਸਿੱਟਦਾ ਸੀਗਾ, ਉਹ ਹਮੇਸ਼ਾ ਘੱਟ ਨੰਬਰ ਆਉਂਦੇ ਸੀ। ਤੇ ਜਿਹੜੇ ਸ਼ਕੁਨੀ ਦੇ ਪਾਸੇ ਸੀ, ਹੋ ਸਕਦਾ ਉਹਨੇ ਵੀ ਆਪਣੇ ਹਿਸਾਬ ਨਾਲ ਬਣਾਏ ਹੋਣ, ਉਹ ਜਦੋਂ ਵੀ ਸਿੱਟਦਾ ਸੀਗਾ ਉਹਦੇ ਨੰਬਰ ਵੱਧ ਆਉਂਦੇ ਸੀ। ਤਾਂ ਇਹ ਕੋਈ ਇਕੁਅਲ ਮੈਚ ਨਹੀਂ ਸੀ, ਇਹ ਪੂਰਾ ਪਲਾਨ ਕੀਤਾ ਗਿਆ ਸੀਗਾ। ਤੇ ਇਸ ਗੱਲ ਦਾ ਪਤਾ ਵਿਦੁਰ ਨੂੰ ਸੀ, ਇਸੇ ਗੱਲ ਨੂੰ ਉਹ ਕਹਿ ਰਿਹਾ ਹੈ ਦੁਰਯੋਧਨ ਨੂੰ, ਤਾਂ ਹੀ ਉਹ ਸਿੱਧਾ ਕਹਿ ਰਿਹਾ ਹੈ ਕਿ ਤੂੰ ਜੋ ਇਹ ਕੰਮ ਕਰ ਰਹੇ ਹੈ ਇਹ ਮਾੜਾ ਕਰ ਰਹੇ ਹੈ। ਮਹਾਰਾਜਾ, ਇਟ ਇਜ਼ ਪਲੇਨ ਟੂ ਆਲ ਦੈਟ ਸ਼ਕੁਨੀ ਚੀਟਸ ਯੁਧਿਸ਼ਟਰ। ਕਹਿੰਦੇ ਇਹ ਕਲੀਅਰ ਹੈ, ਇਟ ਇਜ਼ ਪਲੇਨ। ਪਲੇਨ ਦਾ ਮਤਲਬ ਸਾਰਾ ਕੁਝ ਸਾਫ਼ ਹੈ ਕਿ ਜਿਹੜਾ ਸ਼ਕੁਨੀ ਹੈ ਉਹ ਯੁਧਿਸ਼ਟਰ ਨੂੰ ਚੀਟ ਕਰ ਰਿਹਾ, ਧੋਖਾ ਦੇ ਰਿਹਾ ਹੈ। ਹਰ ਬਾਜ਼ੀ
ਇੱਕ ਬੰਦਾ ਹੀ ਜਿੱਤੀ ਜਾ ਰਿਹਾ, that means ਤਾਂ ਕਲੀਅਰ ਹੈ। order him to stop this dangerous game, ਉਹਨੂੰ order ਕਰੋ, ਹੁਕਮ ਦਿਓ ਕਿ ਇਹ ਜਿਹੜੀ ਖਤਰਨਾਕ ਗੇਮ ਹੈ ਇਸ ਨੂੰ ਰੋਕਿਆ ਜਾਵੇ। ਤਾਂ ਬੇਟਾ ਇਹ ਵਿਦੁਰ ਬੋਲਿਆ ਸੀਗਾ, ਇਹ ਆਪਾਂ ਨਾਟਕ 'ਚ ਵੀ ਦੇਖਿਆ ਹੈ ਤੇ ਉਹ ਵੀ ਆਪਾਂ ਜੇ ਕਿਸੇ ਨੇ ਪੜ੍ਹੀ ਹੋਵੇ ਮਹਾਂਭਾਰਤ ਤਾਂ ਬਹੁਤ ਸਾਰੀਆਂ ਗੱਲਾਂ ਵਿਦੁਰ ਨੇ ਇੱਕ ਵਾਰੀ ਨਹੀਂ ਕਈ ਵਾਰੀ ਟਰਾਈ ਕੀਤੀ ਸੀ ਇਹ ਜਿਹੜੀ ਗੈਂਬਲ ਹੋ ਰਿਹਾ ਸੀ ਇਸ ਨੂੰ ਰੋਕਣ ਦੇ ਲਈ, ਪਰ ਕੀ ਰਾਜਾ ਰੁਕਿਆ? ਦੇਖਦੇ ਹਾਂ ਆਪਾਂ ਇੱਕ ਵਾਰੀ ਫੇਰ ਆਪਾਂ ਬੇਟਾ ਇਸ ਦਾ ਜਿਹੜੇ ਗਲੋਸਰੀ ਹੈ ਨਾਲ ਆਪਾਂ ਕਵਰ ਕਰ ਰਹੇ ਹਾਂ, ਦੇਖ ਲੈਂਦੇ ਹਾਂ। ਨਹੀਂ ਆਈ ਹਜੇ ਤਾਂ ਵਾਪਸ ਮੁੜਦੇ ਹਾਂ ਜੀ ਆਪਾਂ। ਹਾਂਜੀ, ਸਾਡਾ ਹੁਣ 10th ਜਿਹੜਾ ਪੈਰਾ ਹੈ ਜੀ, ਸਟਿਲ ਧ੍ਰਿਤਰਾਸ਼ਟਰ ਸੈਟ ਸਾਇਲੈਂਟ, ਫੇਰ ਅਜੇ ਵੀ ਧ੍ਰਿਤਰਾਸ਼ਟਰ ਹੈ ਉਹ ਬੈਠਾ ਹੈ ਚੁੱਪ ਕਰਕੇ, ਫੇਰ ਚੁੱਪ ਕਰਕੇ ਬੈਠਾ ਹੈ। ਬਟ ਦੁਰਯੋਧਨ ਰਿਟੋਰਟਡ ਐਂਗਰਲੀ, ਪਰ ਦੁਰਯੋਧਨ ਹੁਣ ਆਵਾਜ਼ ਉਹਦਾ ਜਵਾਬ ਦਿੰਦਾ ਹੈ। ਰਿਟੋਰਟ ਦਾ ਮਤਲਬ ਹੁੰਦਾ ਬੇਟਾ ਜਵਾਬ ਦੇਣਾ। ਹੁਣ ਉਹ ਇਸ ਗੱਲ ਦਾ ਜਵਾਬ ਕੌਣ ਦਿੰਦਾ? ਦੁਰਯੋਧਨ। ਐਂਗਰਲੀ ਦਾ ਮਤਲਬ ਗੁੱਸੇ ਨਾਲ। ਅੰਕਲ, ਅੰਕਲ ਕਹਿੰਦਾ ਨੈਚੁਰਲੀ ਤੁਹਾਨੂੰ ਪਤਾ ਹੈ ਚਾਚਾ ਜੀ ਆ ਉਹਦੇ। ਵੀ ਨੋ ਦੈਟ ਯੂ ਆਲਵੇਜ਼ ਫੇਵਰ ਦਾ ਪਾਂਡਵਸ, ਕਹਿੰਦੇ ਸਾਨੂੰ ਪਤਾ ਹੈ ਤੁਸੀਂ ਹਮੇਸ਼ਾ ਪਾਂਡਵਾਂ ਦੀ ਵੀ ਫੇਵਰ ਕਰਦੇ, ਤੁਸੀਂ ਪਾਂਡਵਾਂ ਦੇ ਪੱਖ ਦੀ ਗੱਲ ਕਰਦੇ ਹੋ, ਸਾਨੂੰ ਪਤਾ ਹੈ। ਇਨ ਸ਼ੈਲਟਰਿੰਗ ਯੂ ਵੀ ਹੈਵ ਨਰਿਸ਼ਡ ਅ ਸਰਪੈਂਟ, ਹੁਣ ਤੁਸੀਂ ਉਹਦੇ ਵਰਡ ਦੇਖੋ ਬੇਟਾ, ਦੁਰਯੋਧਨ ਵਰਡ ਕੀ ਬੋਲ ਰਿਹਾ, ਕਹਿੰਦਾ ਤੈਨੂੰ ਰੱਖ ਕੇ, ਇਨ ਸ਼ੈਲਟਰਿੰਗ ਯੂ, ਤੈਨੂੰ ਸਾਨੇ ਆਪਣੇ ਘਰ 'ਚ ਸ਼ੈਲਟਰ ਦਿੱਤੀ, ਤੈਨੂੰ ਅਸੀਂ ਆਪਣੇ ਘਰ ਦੇ ਵਿੱਚ ਰੱਖਿਆ, ਅਸੀਂ ਕੀ ਪਾਲ ਲਿਆ? ਇੱਕ ਸੱਪ ਪਾਲ ਲਿਆ। ਨਰਿਸ਼ ਦਾ ਮਤਲਬ ਹੁੰਦਾ ਪਾਲਣਾ, ਪਾਲਣ ਪੋਸ਼ਣ ਕਰਨੀ, ਸਰਪੈਂਟ ਦਾ ਮਤਲਬ ਸੱਪ। ਹੁਣ ਉਹ ਆਪਣੇ ਅੰਕਲ ਨੂੰ ਬੇਟਾ ਸੱਪ ਕਹਿ ਰਹੇ ਹੈ, ਇਹ ਉਹਦੇ ਐਟੀਕੇਟਸ ਹੈ ਦੁਰਯੋਧਨ ਦੇ। ਵੀ ਹੈਵ ਹਾਊਸਡ ਯੂ ਐਂਡ ਬੀਫ੍ਰੈਂਡਡ ਯੂ, ਅਸੀਂ ਤੈਨੂੰ ਆਪਣੇ ਘਰ 'ਚ ਰੱਖਿਆ ਅਤੇ ਤੈਨੂੰ ਆਪਣਾ ਦੋਸਤ ਬਣਾਇਆ। ਬੀ ਫਰੈਂਡ, ਦੇਖੋ ਫਰੈਂਡ ਦਾ ਮਤਲਬ ਹੁੰਦਾ ਹੈ ਦੋਸਤ, ਜੇ ਬੀ ਉਹਦੇ ਅੱਗੇ ਲੱਗ ਜਾਏ ਵਰਬ ਬਣ ਜਾਂਦੀ ਹੈ ਦੋਸਤ ਬਣਾਉਣਾ, ਅਸੀਂ ਤੈਨੂੰ ਦੋਸਤ ਬਣਾਇਆ। ਯੈਟ ਯੂ ਟਰਨ ਅਗੇਂਸਟ ਅਸ, ਫੇਰ ਵੀ ਤੂੰ ਸਾਡੇ ਵਿਰੁੱਧ ਬੋਲ ਰਹੇ ਹੈ। ਟਰਨ ਅਗੇਂਸਟ ਅਸ, ਟਰਨ ਅਗੇਂਸਟ ਦਾ ਮਤਲਬ ਹੁੰਦਾ ਵਿਰੁੱਧ ਬੋਲਣਾ। ਯੂ ਐਕਚੁਅਲੀ ਐਡਵਾਈਜ਼ ਮਾਈ ਫਾਦਰ ਟੂ ਡਿਸਟਰੋਏ ਹਿਜ਼ ਓਨ ਸਨ, ਕਹਿੰਦੇ ਤੂੰ ਮੇਰੇ ਫਾਦਰ ਨੂੰ ਇਹ ਐਡਵਾਈਜ਼ ਕਰ ਰਹੇ ਹੈ ਕਿ ਉਸਦੇ ਪੁੱਤਰ ਨੂੰ ਤੂੰ ਤਬਾਹ ਕਰ ਦੇ, ਮਤਲਬ ਕਿ ਮੈਨੂੰ ਤੂੰ ਤਬਾਹ ਕਰ ਦੇ, ਤੂੰ ਇਹ ਐਡਵਾਈਸ ਦੇ ਰਹੇ ਹੈ। ਬੀ ਗੋਨ, ਬੀ ਗੋਨ ਦਾ ਮਤਲਬ ਇੱਥੋਂ ਚਲਾ ਜਾ, ਗੋ ਅਵੇ, ਬੀ ਗੋਨ ਦਾ ਮਤਲਬ ਹੁੰਦਾ ਗੋ ਅਵੇ, ਚਲਾ ਜਾ ਇੱਥੋਂ। ਯੂ ਹੈਵ ਗੋਨ ਟੂ ਫਾਰ ਇਨ ਯੂਰ ਅਬਿਊਜ਼, ਤੂੰ ਆਪਣੀਆਂ ਗੱਲਾਂ ਜੋ ਤੂੰ ਇੱਥੇ ਬੋਲੀਆਂ ਨੇ ਮਾੜੀਆਂ ਗੱਲਾਂ, ਇੱਥੇ ਅਬਿਊਜ਼ ਦਾ ਮਤਲਬ ਮਾੜੀਆਂ ਗੱਲਾਂ ਜੋ ਬੋਲੀਆਂ ਨੇ, ਤੂੰ ਉਸ 'ਚ ਬਹੁਤ ਅੱਗੇ ਤੱਕ ਵੱਧ ਗਿਆ। ਇਹ ਵਰਡਸ ਹੈ ਜੀ ਦੁਰਯੋਧਨ ਦੇ ਆਪਣੇ ਅੰਕਲ ਦੇ ਪ੍ਰਤੀ, ਉਹਨੂੰ ਸਰਪੈਂਟ ਕਹਿ ਰਿਹਾ ਹੈ ਤੇ ਉਸ ਨੂੰ ਇਹ ਕਹਿ ਰਿਹਾ ਕਿ ਅਸੀਂ ਤੈਨੂੰ ਪਾਲਿਆ। ਹਾਲਾਂਕਿ ਜੇ ਤੁਸੀਂ ਮਹਾਭਾਰਤ ਦੀ ਬੇਟਾ ਸਟੋਰੀ ਪੜ੍ਹੋ ਤਾਂ ਵਿਦੁਰ ਨੇ ਜਿੰਨਾ ਮਤਲਬ ਆਪਣੀ ਲਾਈਫ ਸਾਰੀ ਡਿਵੋਟ ਕੀਤੀ ਇਹ ਜਿਹੜੇ ਹਸਤਿਨਾਪੁਰ ਦੇ ਰਾਜ ਪਰਿਵਾਰ ਦੇ ਲਈ, ਇੰਨਾ ਜ਼ਿਆਦਾ ਉਸਨੇ ਕੀਤਾ, ਲੇਕਿਨ ਦੇਖ ਲਓ ਉਸ ਨੂੰ ਸੁਣਨ ਨੂੰ ਕੀ ਮਿਲ ਰਿਹਾ ਹੈ। ਤਾਂ ਏਦਾਂ ਦੇ ਵਰਡਸ ਦੁਰਯੋਧਨ ਬੋਲਿਆ। ਇੱਕ ਵਾਰੀ ਫਿਰ ਆਪਾਂ ਬੇਟਾ ਇਸ ਦੇ ਵਰਡਸ ਦੇਖਦੇ ਹਾਂ ਕਿਉਂਕਿ ਹੁਣ ਆ ਗਏ। ਤਾਂ 10ਵੇਂ ਦੇ ਵਿੱਚ ਬੇਟਾ ਰਿਟੋਰਟ ਆਇਆ, ਮੈਂ ਤੁਹਾਨੂੰ ਦੱਸਿਆ ਮੇਕ ਅ ਕੁਇਕ ਵਿਟੀ ਐਂਗਰੀ ਰਿਪਲਾਈ, ਜਦੋਂ ਆਪਾਂ ਕਿਸੇ ਨੂੰ ਫਟਾਫਟ ਜਵਾਬ ਦਿੰਦੇ ਹਾਂ। ਨਰਿਸ਼ ਦਾ ਮਤਲਬ ਹੁੰਦਾ ਹੈ ਪਾਲਣਾ ਪੋਸ਼ਣ ਕਰਨੀ, ਕੀਪ ਅਲਾਈਵ ਐਂਡ ਵੈਲ ਵਿਦ ਫੂਡ। ਵਾਪਸ ਆਨੇ ਆ ਜੀ ਆਪਣੇ 11th ਪੈਰੇ ਤੇ। ਵਿਦੁਰ ਟਰਨਡ ਅਵੇ ਫਰੋਮ ਹਿਮ ਐਂਡ ਸਪੋਕ ਟੂ ਧ੍ਰਿਤਰਾਸ਼ਟਰ ਵਨਸ ਮੋਰ, ਦੇਖੋ ਫਿਰ ਵੀ ਵਿਦੁਰ ਦੁਰਯੋਧਨ ਨੂੰ ਪਲਟ ਕੇ ਕੁਝ ਨਹੀਂ ਬੋਲਦਾ। ਦੁਰਯੋਧਨ ਉਸ ਤੋਂ ਬਹੁਤ ਛੋਟਾ ਹੈ, ਲੇਕਿਨ ਉਹ ਉਸ ਨੂੰ ਕਿਹੜੇ ਸ਼ਬਦਾਂ ਨਾਲ ਬੁਲਾ ਰਿਹਾ, ਲੇਕਿਨ ਵਿਦੁਰ ਦੁਰਯੋਧਨ ਨੂੰ ਕੁਝ ਨਹੀਂ ਕਹਿੰਦਾ, ਉਹ ਉਸ ਤੋਂ ਪਰਾਂ ਚਲਾ ਜਾਂਦਾ ਹੈ ਅਤੇ ਉਹ ਧ੍ਰਿਤਰਾਸ਼ਟਰ ਨੂੰ ਇੱਕ ਵਾਰੀ ਫੇਰ ਕਹਿੰਦਾ ਹੈ ਬ੍ਰਦਰ ਐਂਡ ਕਿੰਗ, ਭਰਾ ਅਤੇ ਰਾਜੇ। ਹੁਣ ਉਹ ਭਰਾ ਵਾਂਗੂ ਕਹਿ ਰਿਹਾ ਹੈ। ਹੀ ਸੈਡ, ਉਸਨੇ ਕਿਹਾ, ਯੂ ਹੈਵ ਹਰਡ ਯੂਅਰ ਸਨ ਇਨਸਲਟ ਮੀ, ਕਹਿੰਦੇ ਤੈਨੇ ਸੁਣਿਆ ਕਿ ਤੇਰੇ ਪੁੱਤਰ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਇਨਸਲਟ ਮੇਰੀ ਬੇਇੱਜ਼ਤੀ ਕੀਤੀ ਹੈ। ਐਂਡ ਯੂ ਡੂ ਨਾਟ ਰਿਬਿਊਕ ਹਿਮ, ਅਤੇ ਤੂੰ ਉਹਨੂੰ ਡਾਂਟਿਆ ਤੱਕ ਨਹੀਂ। ਰਿਬਿਊਕ ਦਾ ਮਤਲਬ ਹੁੰਦਾ ਬੇਟਾ ਡਾਂਟਣਾ। ਤੇਰੇ ਸਾਹਮਣੇ ਤੇਰਾ ਪੁੱਤ ਮੇਰੀ ਬੇਇੱਜ਼ਤੀ ਕਰ ਰਿਹਾ, ਮੈਂ ਉਹ ਤੋਂ ਉਮਰ ਚ ਕਿੰਨਾ ਵੱਡਾ ਹੈ, ਮੈਂ ਉਹਨੂੰ ਆਪਣੇ ਹੱਥਾਂ 'ਚ ਖਿਡਾਇਆ। ਜੇ ਤੁਸੀਂ ਪੂਰੇ ਇਹਦੇ ਡਾਇਲੋਗ ਬੇਟਾ ਮਹਾਭਾਰਤ 'ਚ ਪੜ੍ਹੋ ਤਾਂ ਇਹ ਸਾਰੇ ਆਉਂਦੇ ਨੇ, ਤੇ ਉਹੀ ਮਤਲਬ ਮੈਨੂੰ ਬੋਲ ਰਿਹਾ, ਮੈਨੂੰ ਇਸ ਤਰ੍ਹਾਂ ਦੇ ਵਰਡਸ ਬੋਲ ਰਿਹਾ ਤੇ ਤੂੰ ਸੁਣ ਰਿਹਾ, ਤੂੰ ਡਾਂਟ ਵੀ ਨਹੀਂ ਰਿਹਾ ਉਹਨੂੰ। ਆਈ ਵਿਸ਼ ਯੂ ਐਂਡ ਯੂਅਰ ਸਨਸ ਵੈਲ, ਦੇਖੋ ਫੇਰ ਵੀ ਉਹ ਉਹਨਾਂ ਨੂੰ ਅਸੀਸ ਦੇ ਰਿਹਾ। ਚੰਗਾ ਬੰਦਾ ਬੇਟਾ ਹਮੇਸ਼ਾ ਚੰਗੀ ਗੱਲ ਹੀ ਕਰਦਾ, ਕਹਿੰਦੇ ਮੈਂ ਫੇਰ ਵੀ ਤੇਰੀ ਤੇ ਤੇਰੇ ਦੋਸਤਾਂ ਦੀ, ਤੇਰੇ ਪੁੱਤਰਾਂ ਦੀ ਭਲਾ ਮੰਗਦਾ ਹੈ। I wish well for you and your sons. ਅੱਗੇ ਦੇਖੋ, a king's truest friend is he who tells the unwelcome truth fearlessly, ਕਹਿੰਦੇ ਰਾਜੇ ਦਾ ਸੱਚਾ ਦੋਸਤ ਕੌਣ ਹੈ? truest, true, truer, truest, ਥਰਡ ਫਾਰਮ ਲੱਗੀ ਹੈ, ਥਰਡ ਡਿਗਰੀ ਲੱਗੀ ਹੈ, ਸੌਰੀ। ਸਭ ਤੋਂ ਸੱਚਾ ਦੋਸਤ ਕੌਣ ਹੈ? ਉਹ ਹੁੰਦਾ ਹੈ ਜੋ ਬਿਨਾਂ ਡਰ ਤੋਂ, fearlessly, ਬਿਨਾਂ ਡਰ ਤੋਂ ਸੱਚਾਈ ਬੋਲੇ, ਅਨਵੈਲਕਮ, ਚਾਹੇ ਉਹ ਕਿਸੇ ਨੂੰ ਚੰਗੀ ਨਾ ਲੱਗੇ। ਅਨਵੈਲਕਮ ਟਰੂਥ ਦਾ ਮਤਲਬ ਹੁੰਦਾ ਹੈ
ਕਹਿੰਦੇ ਨਾ ਸੱਚ ਹਮੇਸ਼ਾ ਬੇਟਾ ਕੌੜਾ ਹੁੰਦਾ, ਤਾਂ ਇੱਕ ਕੌੜਾ ਸੱਚ ਜਦੋਂ ਬੋਲਦਾ ਹੈ ਤਾਂ ਉਹੀ ਬੋਲ ਸਕਦਾ ਹੈ ਜੋ ਸਾਡਾ ਸੱਚਾ ਦੋਸਤ ਹੁੰਦਾ। ਆਪਾਂ ਬੇਟਾ ਔਨ ਫਰੈਂਡਸ਼ਿਪ ਪੋਇਮ ਵੀ ਪੜ੍ਹੀ ਸੀ, ਉਹਦੇ 'ਚ ਵੀ ਇਹੀ ਗੱਲਾਂ ਸੀਗੀਆਂ, ਹੈ ਨਾ, ਕਿ ਇੱਕ ਜਿਹੜਾ ਸੱਚਾ ਦੋਸਤ ਹੁੰਦਾ ਹੈ ਉਹ ਆਪਣੇ ਫਰੈਂਡ ਨੂੰ ਸੱਚੀ ਗੱਲ ਦੱਸੂਗਾ, ਉਹਦੇ ਮਤਲਬ ਦੀ ਗੱਲ ਨਹੀਂ ਦੱਸੂਗਾ। ਜੇ ਉਹ ਗਲਤ ਥਾਂ ਤੇ ਜਾ ਰਿਹਾ ਹੈ ਤਾਂ ਉਹਦਾ ਫਰਜ਼ ਕੀ ਬਣਦਾ ਹੈ, ਸੱਚੇ ਫਰੈਂਡ ਦਾ ਉਹਦਾ ਫਰਜ਼ ਇਹੀ ਬਣਦਾ ਹੈ ਕਿ ਉਸਨੂੰ ਕਹੇ ਵੀ ਭਾਈ ਤੂੰ ਇਹ ਰਸਤੇ ਤੋਂ ਚੱਲਿਆ, ਨੋ ਇਸ ਰਸਤੇ ਤੇ ਨਾ ਚੱਲ। ਜੇ ਉਹ ਚੰਗੇ ਰਸਤੇ ਤੇ ਚੱਲ ਰਿਹਾ ਤਾਂ ਯੈਸ ਕਰੂਗਾ। ਸੇਮ ਆਹੀ ਗੱਲਾਂ ਬੇਟਾ ਆਪਾਂ ਔਨ ਫਰੈਂਡਸ਼ਿਪ ਵਾਲੀ ਪੋਇਮ 'ਚ ਪੜ੍ਹੀਆਂ ਨੇ। ਹਿਊਮਿਲੇਸ਼ਨ ਇਜ਼ ਅ ਬੈਟਰ ਮੈਡੀਸਨ, ਦੇਖੋ ਉਹ ਬਹੁਤ ਵਧੀਆ ਗੱਲ ਕਹਿ ਰਹੇ ਹੈ, ਬਟ ਦਾ ਓਨੈਸਟ ਮੈਨ ਡਰਿੰਕਸ ਇਟ। ਕਹਿੰਦੇ ਜਿਹੜੀ ਹਿਊਮਿਲੇਸ਼ਨ ਹੈ ਨਾ, ਇਹ ਹਿਊਮਿਲੇਸ਼ਨ ਦਾ ਮਤਲਬ ਹੁੰਦਾ ਬੇਟਾ ਬੇਇੱਜ਼ਤੀ, ਇਨਸਲਟ ਨੂੰ ਆਪਾਂ ਹਿਊਮਿਲੇਸ਼ਨ ਕਹਿੰਦੇ ਆ। ਕਹਿੰਦੇ ਜਿਹੜੀ ਬੇਇੱਜ਼ਤੀ ਹੈ ਨਾ, ਇਹ ਬੈਟਰ ਮੈਡੀਸਨ ਹੈ, ਕਹਿੰਦੇ ਇੱਕ ਦਵਾਈ ਹੈ ਇਹ। ਹੁਣ ਤੁਸੀਂ ਕਹੋਗੇ ਦੇਖੋ ਕੋਈ ਸਾਡੀ ਬੇਇੱਜ਼ਤੀ ਕਰਦਾ ਹੈ ਤਾਂ ਇਹ ਕੋਈ ਚੰਗੀ ਗੱਲ ਤਾਂ ਨਹੀਂ, ਲੇਕਿਨ ਉਹ ਇਸਨੂੰ ਦਵਾਈ ਮੰਨ ਰਿਹਾ ਹੈ। ਕਿਉਂ? ਕਿਉਂਕਿ ਇੱਕ ਓਨੈਸਟ ਮੈਨ ਹੈ, ਓਨੈਸਟ ਮੈਨ ਇੱਕ ਇਮਾਨਦਾਰ ਬੰਦਾ ਇਸ ਨੂੰ ਪੀਂਦਾ ਹੈ, ਮਤਲਬ ਕਿ ਇਸ ਨੂੰ ਸਹਿਣ ਕਰਦਾ ਹੈ, ਐਂਡ ਕੀਪਸ ਹਿਜ਼ ਹੈਡ ਕਲੀਅਰ, ਅਤੇ ਆਪਣਾ ਦਿਮਾਗ ਸਾਫ਼ ਰੱਖਦਾ ਹੈ। ਜੇ ਹਿਊਮਿਲੇਸ਼ਨ ਹੁੰਦੀ ਹੈ, ਹੁਣ ਦੇਖੋ ਇੱਥੇ ਹਿਊਮਿਲੇਸ਼ਨ ਹੋਈ ਹੈ, ਕਿਸ ਦੀ ਹੋਈ ਹੈ? ਬੇਇੱਜ਼ਤੀ ਹੋਈ ਹੈ, ਕਿਹਦੀ ਹੋਈ ਹੈ? ਵਿਦੁਰ ਦੀ ਹੋਈ ਹੈ ਨਾ, ਵਿਦੁਰ ਦੀ ਬੇਇੱਜ਼ਤੀ ਕੀਤੀ ਹੈ ਉਹਦੇ ਦੁਰਯੋਧਨ ਨੇ, ਦੁਰਯੋਧਨ ਜੋ ਕਿ ਉਸ ਤੋਂ ਕਿਤੇ ਛੋਟਾ ਹੈ, ਉਸਦੇ ਭਰਾ ਦਾ ਬੇਟਾ ਹੈ ਉਹ, ਲੇਕਿਨ ਫੇਰ ਵੀ ਦੇਖੋ ਵਿਦੁਰ ਕੀ ਕਹਿ ਰਿਹਾ ਹੈ ਕਿ ਮੈਂ ਤੇਰਾ ਤੇ ਤੇਰੇ ਬੱਚਿਆਂ ਦਾ ਭਲਾ ਮੰਗਦਾ। ਉਹ ਇਹੀ ਗੱਲ ਕਹਿ ਰਿਹਾ ਹੈ ਕਿ ਮੇਰੀ ਹਿਊਮਿਲੇਸ਼ਨ ਹੋਈ ਹੈ, ਮੇਰੇ ਲਈ ਬੈਟਰ ਮੈਡੀਸਨ ਹੈ, ਮੇਰੇ ਲਈ ਦਵਾਈ ਵਾਂਗੂ ਹੈ, ਮੈਂ ਇਸ ਨੂੰ ਪੀ ਲੈਣਾ, ਆਪਣੀ ਬੇਇੱਜ਼ਤੀ ਪੀ ਜਾਂਦਾ, ਕਿਉਂਕਿ ਇਹਦੇ ਨਾਲ ਹੈਡ ਕਲੀਅਰ ਰਹਿੰਦਾ ਹੈ। ਪਰ ਹੁਣ ਦੂਜੇ ਪਾਸੇ ਉਹ ਕੀ ਕਹਿ ਰਿਹਾ, ਯੂ ਆਰ ਡਰੰਕ ਵਿਦ ਪ੍ਰਾਈਡ ਐਂਡ ਗਰੀਡ, ਮੈਂ ਤਾਂ ਆਪਣੀ ਬੇਇੱਜ਼ਤੀ ਪੀ ਲਈ, ਪਰ ਤੂੰ ਪ੍ਰਾਈਡ ਤੇ ਗਰੀਡ ਦੇ ਨਾਲ ਭਰਿਆ ਹੋਇਆ। ਪ੍ਰਾਈਡ ਦਾ ਮਤਲਬ ਉਹੀ ਬਹੁਤ ਜ਼ਿਆਦਾ ਹੰਕਾਰ, ਅਤੇ ਗਰੀਡ ਭੁੱਖ, ਲਾਲਚ, ਕਿ ਇਹਦੇ ਨਾਲ ਤੂੰ ਭਰਿਆ ਹੋਇਆ, ਤੇਰੇ ਅੰਦਰ ਗਰੀਡ ਹੈ, ਤੇਰੇ ਅੰਦਰ ਪ੍ਰਾਈਡ ਹੈ ਵੀ ਤੂੰ ਰਾਜਾ ਹੈ, ਤੇਰਾ ਮੁੰਡਾ ਜਿੱਤ ਰਿਹਾ ਹੈ, ਤੂੰ ਸਹੀ ਗੱਲ ਨਹੀਂ ਦੇਖ ਰਿਹਾ। ਬਿਵੇਅਰ, ਐਂਡ ਦੇ ਵਿੱਚ ਉਹ ਸ਼ਬਦ ਕਹਿੰਦਾ ਹੈ ਬਿਵੇਅਰ, ਕਿ ਤੂੰ ਸੁਚੇਤ ਹੋ ਜਾ। ਬਿਵੇਅਰ ਦਾ ਮਤਲਬ ਕਿਸੇ ਨੂੰ ਸੁਚੇਤ ਕਰਨ ਤੋਂ ਹੁੰਦਾ ਹੈ। ਇੱਕ ਵਾਰੀ ਫਿਰ ਆਪਾਂ ਇਹਨਾਂ ਦੇ ਵਰਡਸ ਦੇਖਦੇ ਹਾਂ ਜੀ ਜੋ ਆਏ ਨੇ। ਰਿਬਿਊਕ ਸ਼ਬਦ ਆਇਆ ਡਾਂਟਣਾ, ਜਦੋਂ ਕਹਿੰਦਾ ਕਿ ਤੂੰ ਤਾਂ ਬੇਟੇ ਨੂੰ ਡਾਂਟਿਆ ਤੱਕ ਨਹੀਂ, ਉਹ ਮੇਰੀ ਬੇਇੱਜ਼ਤੀ ਕਰ ਰਿਹਾ ਹੈ। ਹਿਊਮਿਲੇਸ਼ਨ, ਲੋਅਰਿੰਗ ਆਫ ਗ੍ਰੇਸ, ਇਨਸਲਟ, ਬੇਇੱਜ਼ਤੀ। ਤਾਂ ਹਿਊਮਿਲੇਸ਼ਨ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਤਾਂ ਬੇਟਾ ਜਿੰਨੇ ਗਲੋਸਰੀ ਦੇ ਵਰਡਸ ਆ ਮੈਂ ਨਾਲ ਤਾਂ ਕਰਵਾ ਰਹੇ ਹਾਂ ਬਿਕੋਜ਼ ਤੁਸੀਂ ਇਹਨਾਂ ਨੂੰ ਆਪਣੀਆਂ ਕਾਪੀਜ਼ ਤੇ ਨੋਟ ਕਰਨਾ ਹੈ। ਆਪਣੇ ਕੋਲੇ 5 ਮਿੰਟ ਹੈਗੇ, ਆਪਾਂ ਕੋਸ਼ਿਸ਼ ਕਰਦੇ ਹਾਂ 12th ਪੈਰਾ ਕਰਨ ਦੀ। ਸ਼ਕੁਨੀ ਐਂਡ ਹਿਸ ਫਰੈਂਡਸ ਰਿਸੀਵਡ ਦਿਸ ਸਪੀਚ ਵਿਦ ਸ਼ਾਊਟਸ ਆਫ ਐਂਗਰ। ਹੁਣ ਜਦੋਂ ਇਹ ਸਾਰੀ ਸਪੀਚ ਵਿਦੁਰ ਬੋਲਦਾ ਹੈ ਤਾਂ ਜਿਹੜਾ ਸ਼ਕੁਨੀ ਹੈ, ਮਾਮਾ ਹੈ ਦੁਰਯੋਧਨ ਦਾ, ਤੇ ਉਹਦੇ ਜਿਹੜੇ ਯਾਰ ਦੋਸਤ ਨੇ ਸਾਰੇ, ਉਹਨਾਂ ਨੂੰ ਬੜਾ ਗੁੱਸਾ ਚੜਦਾ ਹੈ। ਉਹ ਇਸ ਸਪੀਚ ਨਾਲ ਸ਼ਾਊਟਸ ਆਫ ਐਂਗਰ, ਗੁੱਸਾ ਚੜਦਾ ਹੈ। ਵਾਈਲ ਦਾ ਫਰੈਂਡਸ ਆਫ ਦੀ ਪਾਂਡਵਸ ਅਪਲਾਉਡਡ, ਜਦੋਂ ਕਿ ਜਿਹੜੇ ਪਾਂਡਵਾਂ ਦੇ ਫਰੈਂਡਸ ਹੈ ਉਹ ਇਸ ਨੂੰ ਅਪਲਾਉਡ ਕਰਦੇ ਨੇ, ਮਤਲਬ ਕਿ ਪ੍ਰੇਜ਼ ਕਰਦੇ ਨੇ ਕਿ ਹਾਂ ਵੀ ਵਿਦੁਰ ਨੇ ਬਹੁਤ ਵਧੀਆ ਗੱਲਾਂ ਕਹੀਆਂ ਨੇ। ਦਾ ਪਾਂਡਵਸ ਦੈਮਸੈਲਵ ਸੈਟ ਸਾਇਲੈਂਟ, ਪਾਂਡਵ ਚੁੱਪ ਕਰਕੇ ਬੈਠੇ ਹੈ। 5 ਪਾਂਡਵ ਹੈ, ਤੁਹਾਨੂੰ ਪਤਾ ਹੈ, ਮੈਂ ਦੱਸ ਦੇਣਾ ਨਾਮ। ਯੁਧਿਸ਼ਟਰ ਹੈ, ਅਰਜੁਨ ਹੈ, ਭੀਮ ਹੈ, ਨਕੁਲ ਹੈ, ਸਹਿਦੇਵ ਹੈ। ਇਹ 5 ਪਾਂਡਵ ਸੀ, 5 ਭਰਾ ਸੀਗੇ। ਐਂਡ ਆਫਟਰ ਵਿਦੁਰ ਹੈਡ ਲੈਫਟ ਦਾ ਹਾਲ ਨੋ ਵਨ ਸਪੋਕ ਫॉर ਅ ਮੋਮੈਂਟ, ਅਤੇ ਜਦੋਂ ਵਿਦੁਰ ਹਾਲ ਛੱਡ ਕੇ ਚਲਾ ਜਾਂਦਾ ਹੈ, ਹੁਣ ਇਹ ਕਹਿ ਕੇ ਬਿਵੇਅਰ ਕਹਿ ਕੇ ਉਹ ਹਾਲ ਛੱਡ ਕੇ ਵਿਦੁਰ ਚਲਾ ਜਾਂਦਾ ਹੈ, ਤਾਂ ਕੋਈ ਵੀ ਕੁਝ ਸਮੇਂ ਲਈ ਨਹੀਂ ਬੋਲਦਾ। ਨੋ ਵਨ ਸਪੋਕ ਫॉर ਅ ਮੋਮੈਂਟ, ਇੱਕ ਪਲ ਦੇ ਲਈ ਕੋਈ ਨਹੀਂ ਬੋਲਦਾ, ਮਤਲਬ ਚੁੱਪ ਛਾ ਜਾਂਦੀ ਹੈ। ਦੈਨ ਦੁਰਯੋਧਨ ਸੈਡ ਮੋਕਿੰਗਲੀ, ਫਿਰ ਦੁਰਯੋਧਨ ਮਜ਼ਾਕ ਕਰਦਾ ਹੋਇਆ ਬੋਲਦਾ ਹੈ। ਮੋਕਿੰਗਲੀ ਦਾ ਮਤਲਬ ਹੁੰਦਾ ਹੈ ਮੇਕ ਫਨ ਆਫ, ਕਿ ਮਜ਼ਾਕ ਕਰਨਾ ਕਿਸੇ ਦਾ, ਹੈ ਨਾ, ਮੇਕ ਫਨ ਆਫ, ਮਜ਼ਾਕ ਕਰਨਾ। ਤਾਂ ਮਜ਼ਾਕ ਕਰਦੇ ਹੋਏ ਬੋਲਦਾ ਹੈ, ਪਰਹੈਪਸ ਕਿੰਗ ਯੁਧਿਸ਼ਟਰ ਯੂ ਫੀਅਰ ਨਾਓ ਟੂ ਪਲੇ ਵਿਦ ਦੋਜ਼ ਹੂ ਆਰ ਕਾਲਡ ਚੀਟਸ ਐਂਡ ਜੈਕਲਸ। ਕਹਿੰਦੇ ਸ਼ਾਇਦ, ਪਰਹੈਪਸ ਦਾ ਮਤਲਬ ਸ਼ਾਇਦ, ਰਾਜੇ ਯੁਧਿਸ਼ਟਰ ਤੂੰ, ਹੁਣ ਤੁਸੀਂ ਕਹੋਗੇ ਕਿ ਕਿੰਗ ਯੁਧਿਸ਼ਟਰ ਕਿਉਂ ਕਿਹਾ ਗਿਆ ਇੱਥੇ, ਤਾਂ ਬੇਟਾ ਇਹਨਾਂ ਨੂੰ ਵੀ ਛੋਟਾ ਜਿਹਾ ਰਾਜ ਦਿੱਤਾ ਗਿਆ ਸੀਗਾ ਯੁਧਿਸ਼ਟਰ ਨੂੰ। ਇਹ ਮੈਨੂੰ ਯਾਦ ਹੈ, ਸ਼ਾਇਦ ਮੈਂ ਜਿਵੇਂ ਗਲਤ ਨਾ ਹੋਵਾਂ ਤਾਂ ਇਹ ਇੰਦਰਪ੍ਰਸਥ ਸੀ ਸ਼ਾਇਦ, ਜਿਹੜਾ ਇਹਨਾਂ ਨੇ ਵਸਾਇਆ ਸੀਗਾ, ਤਾਂ ਥੋੜਾ ਜਿਹਾ ਇਹਨਾਂ ਕੋਲੇ ਰਾਜ ਸੀਗਾ, ਤਾਂ ਉਸ ਤੇ ਇਹ ਯੁਧਿਸ਼ਟਰ ਰਾਜ ਕਰਦਾ ਸੀ, ਤਾਂ ਹੀ ਉਹਨੂੰ ਕਿੰਗ ਯੁਧਿਸ਼ਟਰ ਕਿਹਾ। ਕਹਿੰਦੇ ਤੈਨੂੰ ਡਰ ਹੈ ਕਿ ਤੂੰ ਉਹਨਾਂ ਨਾਲ ਖੇਲ ਰਹੇ ਹੈ ਜਿਹੜੇ ਕਿ ਜਿਨ੍ਹਾਂ ਨੂੰ ਕਿ ਚੀਟਸ ਕਿਹਾ ਜਾ ਰਿਹਾ ਹੈ, ਮਤਲਬ ਧੋਖੇਬਾਜ਼ ਕਹਿ ਰਿਹਾ, ਤੇ ਜੈਕਲਸ, ਗਿੱਦੜ ਕਿਹਾ ਜਾ ਰਿਹਾ, ਵੀ ਤੂੰ ਉਹਨਾਂ ਨਾਲ ਖੇਡ ਰਹੇ ਹੈ। ਪਰਹੈਪਸ ਯੂ ਵੁੱਡ ਪ੍ਰੈਫਰ ਟੂ ਗੋ ਵਿਦ ਯੋਰ ਫਰੈਂਡ, ਸ਼ਾਇਦ ਤੂੰ ਆਪਣੇ ਦੋਸਤ ਨਾਲ ਜਾਣਾ ਪਸੰਦ ਕਰੇ। ਪ੍ਰੈਫਰ ਦਾ ਮਤਲਬ ਹੁੰਦਾ ਕਿ ਤਰਜੀਹ ਦੇਣਾ, ਕਿ ਤੂੰ ਤਰਜੀਹ ਦੇਵੇਂ ਕਿ ਮੈਂ ਇੱਥੋਂ ਜਾਵਾਂ, ਕਿਉਂਕਿ ਉਹਦੇ ਮੁਤਾਬਕ ਤਾਂ ਤੂੰ ਕਿਹਦੇ ਨਾਲ ਖੇਲ ਰਹੇ ਹੈ, ਤੂੰ ਜੈਕਲਸ ਨਾਲ ਖੇਲ ਰਹੇ ਹੈ ਅਤੇ ਚੀਟਸ ਦੇ ਨਾਲ ਖੇਲ ਰਹੇ ਹੈ, ਉਹਨਾਂ ਦੇ ਨਾਲ ਖੇਲ ਰਹੇ ਹੈ, ਤਾਂ ਸ਼ਾਇਦ ਤੂੰ ਉਹਨਾਂ ਦੇ ਨਾਲ ਜਾਣਾ ਪਸੰਦ ਕਰੇ।
ਇੱਕ ਵਾਰੀ ਫੇਰ ਆਪਾਂ ਬੇਟਾ ਇਸ ਦਾ ਦੇਖ ਲੈਂਦੇ ਆ। ਐਪਲੌਡ ਸ਼ਬਦ ਆਇਆ ਜੀ। ਐਪਲੌਡ ਦਾ ਮਤਲਬ ਹੈ ਸ਼ੋ ਅਪਰੂਵਲ, ਪ੍ਰੇਜ਼, ਪ੍ਰੇਜ਼ ਉਹੀ ਪ੍ਰਸ਼ੰਸਾ ਕਰਨੀ, ਮੌਕਿੰਗਲੀ, ਮੇਕਿੰਗ ਫਨ ਆਫ, ਉਹੀ ਕਿਸੇ ਦਾ ਮਜ਼ਾਕ ਉਡਾਣਾ, ਉਸ ਨੂੰ ਆਪਾਂ ਮੌਕਿੰਗਲੀ ਕਹਿੰਦੇ ਆ, ਇਟਸ ਐਨ ਐਡਵਰਬ।